ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਹਿ ਪ੍ਰਥਮ ਓੰਕਾਰਾ ਸਤਿਗੁਰੂ ਪ੍ਰਸਾਦ ਉਚਾਰਾ। ਸਭ ਅਖਰ ਆਦ ਉਕਾਰਾ ਪਠ ਲੀਨੇ ਅੰਤੜਕਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਵਾਲੇ ਹੋ ਭਾਈ, ਗੁਰੂ ਦੀ ਗੋਦ ਵਿੱਚ ਬੈਠੇ ਹੋ। ਇਹ ਘੜੀ, ਇਹ ਸਮਾਂ, ਇਹ ਟਾਈਮ ਸਾਡਾ ਲੇਖੇ 'ਚ ਲੱਗ ਰਿਹਾ ਹੈ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਰਸਾਰ। ਧਨ ਸੋ ਦਿਨ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਮੇਲੇ ਹੋ ਰਹੇ ਨੇ। ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁੱਖ ਜਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਨਾਲ ਜੀਵ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਆਤਮਾ ਪਰਮਾਤਮਾ 'ਚ ਅਭੇਦ ਹੋ ਸਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਜਿਹੜਾ ਗੁਰਸਿੱਖ ਗੁਰਬਾਣੀ ਪੜ੍ਹੇ, ਗੁਰਬਾਣੀ ਸੁਣੇ, ਗੁਰਬਾਣੀ ਦਾ ਕੀਰਤਨ ਸੁਣੇ, ਗੁਰਬਾਣੀ ਦੀ ਕਥਾ ਸੁਣੇ, ਉਸ ਨੂੰ ਬ੍ਰਹਮ ਗਿਆਨ ਤੱਕ ਦੀ ਪਰਮ ਪਦਵੀ ਪ੍ਰਾਪਤ ਹੋ ਸਕਦੀ ਹੈ। ਲੋੜ ਤਾਂ ਸਿਰਫ ਸ਼ਰਧਾ ਦੀ ਹੈ, ਭਾਵਨਾ ਦੀ ਹੈ। ਭਾਵਨਾ ਦੇ ਨਾਲ ਗੁਰੂ ਦੇ ਚਰਨਾਂ 'ਚ ਆ ਜਾਓ। ਆਪਣਾ ਮਨ ਗੁਰੂ ਦੇ ਚਰਨਾਂ 'ਚ ਰੱਖ ਦਿਓ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਬੜੀ ਕਿਰਪਾ ਕਰਕੇ ਸਾਨੂੰ ਗੁਰਬਾਣੀ ਦਾ ਖਜ਼ਾਨਾ ਬਖਸ਼ਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਨੇ ਥਾਂ ਥਾਂ ਤੋਂ ਗੁਰਬਾਣੀ ਇਕੱਤਰ ਕਰਕੇ ਮਹਾਂਪੁਰਸ਼ਾਂ ਦੀ, ਭਗਤਾਂ ਦੀ, ਗੁਰੂਆਂ ਦੀ, ਸੰਤਾਂ ਦੀ, ਬ੍ਰਹਮ ਗਿਆਨੀਆਂ ਦੀ, ਮਹਾਂਪੁਰਸ਼ਾਂ ਦੀ ਬਾਣੀ, ਜਿਹੜੇ ਪਰਮੇਸ਼ਰ ਨਾਲ ਇੱਕਮਿਕ ਹੋ ਚੁੱਕੇ ਸਨ। ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰਿਆਂ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਈ ਨ ਸਕੈ ਪਛਾਨੀ। ਐਸੇ ਮਹਾਂਪੁਰਸ਼ਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਕਰਕੇ ਸਾਨੂੰ ਇਹ ਖਜ਼ਾਨਾ ਦਿੱਤਾ। ਤੇ ਅੱਜ ਸਾਧ ਸੰਗਤ ਜੀ ਅਸੀਂ ਸਤਿਗੁਰੂ ਦੇ ਇਸ ਖਜ਼ਾਨੇ ਤੋਂ ਲਾਭ ਲੈ ਰਹੇ ਹਾਂ, ਦਰਸ਼ਨ ਕਰ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਸੁਣ ਰਹੇ ਹਾਂ। ਅਨੇਕਾਂ ਤਰ੍ਹਾਂ ਦੇ ਨਾਲ ਸਾਡਾ ਭਲਾ ਹੋ ਰਿਹਾ ਹੈ। ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਆਪਣਾ ਜੀਵਨ ਸਫਲਾ ਕਰੀਏ। ਜੋ ਗੁਰੂ ਸਾਹਿਬ ਜੀ ਪੰਚਮ ਪਾਤਸ਼ਾਹ ਮਹਾਰਾਜ ਦੀ ਕਥਾ ਚੱਲ ਰਹੀ ਹੈ ਇਤਿਹਾਸ ਦੀ, ਜਿਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਗਭਗ 6-7 ਸਾਲਾਂ ਦੇ ਹੋ ਗਏ ਤੇ ਸਤਿਗੁਰਾਂ ਨੇ ਵਿਚਾਰ ਕੀਤੀ ਬਾਬਾ ਮਹਾਦੇਵ ਜੀ ਵੱਡੇ ਭਰਾਤਾ ਨਾਲ ਕਿ ਹਰਗੋਬਿੰਦ ਜੀ ਨੂੰ ਵਿਦਿਆ ਪੜ੍ਹਨ ਪਾਈਏ। ਕਿਸ ਵਿਦਵਾਨ ਕੋਲ, ਕਿਹੜੇ ਟੀਚਰ ਕੋਲ ਪੜ੍ਹਨੇ ਪਾਈਏ। ਬਾਬਾ ਮਹਾਦੇਵ ਜੀ ਕਹਿਣ ਲੱਗੇ, ਸਤਿਗੁਰੂ ਜੀ ਆਪ ਜਾਣੀ ਜਾਣ ਹੋ, ਆਪ ਜੀ ਨੂੰ ਕੋਈ ਦੱਸ ਨਹੀਂ ਸਕਦਾ, ਪਰ ਜੇ ਆਪ ਜੀ ਨੇ ਮੇਰੀ ਰਾਏ ਪੁੱਛੀ ਹੈ ਤਾਂ ਮੈਂ ਬੇਨਤੀ ਕਰਾਂ ਕਿ ਜਿਸ ਮਹਾਂਪੁਰਸ਼ ਦੇ ਬਚਨ ਨਾਲ ਇਸ ਮਹਾਬਲੀ ਦਾ, ਇਸ ਬਾਲਕ ਦਾ ਜਨਮ ਹੋਇਆ, ਉਹਨਾਂ ਬਾਬਾ ਬੁੱਢਾ ਜੀ ਨੂੰ ਬੇਨਤੀ ਕਰੀਏ ਕਿ ਉਹ ਸਾਹਿਬਜ਼ਾਦੇ ਨੂੰ ਵਿਦਿਆ ਪੜ੍ਹਾਉਣ। ਸੁਣ ਕੇ ਪੰਚਮ ਪਾਤਸ਼ਾਹ ਬੜੇ ਖੁਸ਼ ਹੋਏ। 5 ਗੁਰਸਿੱਖਾਂ ਨੂੰ ਭੇਜਿਆ ਕਿ ਜਾਓ ਬਾਬਾ ਜੀ ਨੂੰ ਬੜੇ ਸਤਿਕਾਰ ਦੇ ਨਾਲ ਸ੍ਰੀ ਅੰਮ੍ਰਿਤਸਰ ਲੈ ਕੇ ਆਓ। ਗੁਰਸਿੱਖ ਗਏ। ਬੀੜ ਬਾਬਾ ਬੁੱਢਾ ਸਾਹਿਬ ਤੋਂ ਮਹਾਰਾਜ ਸਾਹਿਬ ਜੀ ਦਾ ਹੁਕਮ ਬਾਬਾ ਬੁੱਢਾ ਸਾਹਿਬ ਨੂੰ ਸੁਣਾਇਆ ਤੇ ਬਾਬਾ ਜੀ ਬੜੇ ਭਾਵਨਾ ਸ਼ਰਧਾ ਨਾਲ ਚੱਲ ਕੇ ਆਏ। ਗੁਰੂ ਸਾਹਿਬ ਨੇ ਉੱਠ ਕੇ ਸਤਿਕਾਰ ਕੀਤਾ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਬੇਨਤੀ ਕੀਤੀ, ਬਾਬਾ ਜੀ ਸਾਹਿਬਜ਼ਾਦੇ ਨੂੰ ਵਿਦਿਆ ਪੜ੍ਹਾਓ। ਤੇ ਬਾਬਾ ਜੀ ਕਹਿੰਦੇ, ਸੱਚੇ ਪਾਤਸ਼ਾਹ ਮੈਂ ਜ਼ਿਮੀਂਦਾਰਾਂ ਦਾ ਬੱਚਾ ਹਾਂ, ਖੇਤੀ ਕਰਨੀ ਜਾਣਦਾ ਹਾਂ, ਹਲ ਵਾਹਣਾ ਜਾਣਦਾ, ਗੋਡੀ ਕਰਨੀ ਜਾਣਦਾ। ਮੈਨੂੰ
ਸੱਚੇ ਪਾਤਸ਼ਾਹ ਵਿਦਿਆ ਕਿੱਥੇ ਆਉਂਦੀ, ਮੈਂ ਤੇ ਆਪ ਨਹੀਂ ਪੜ੍ਹਿਆ, ਮੈਂ ਇਹਨੂੰ ਕੀ ਪੜ੍ਹਾਵਾਂ। ਤੇ ਮਹਾਰਾਜ ਕਹਿੰਦੇ ਬਾਬਾ ਜੀ ਸੰਸਾਰ ਦੀ ਐਸੀ ਕੋਈ ਵਿਦਿਆ ਹੈ ਜੋ ਆਪ ਜੀ ਨੂੰ ਨਾ ਆਉਂਦੀ ਹੋਵੇ। ਬ੍ਰਹਮ ਗਿਆਨੀ ਕੈ ਮਨ ਪ੍ਰਗਾਸ, ਜੈਸੇ ਧਾਰੇ ਉੱਪਰ ਆਕਾਸ਼। ਬ੍ਰਹਮ ਗਿਆਨੀ ਦੇ ਮਨ ਵਿੱਚ ਪ੍ਰਕਾਸ਼ ਇਵੇਂ ਹੁੰਦਾ ਹੈ ਜਿਵੇਂ ਧਰਤੀ ਤੇ ਆਕਾਸ਼ ਖੁੱਲ੍ਹਾ ਹੋਇਆ, ਕਿੰਨਾ ਕੁ ਕੋਈ ਮਿਲ ਨਹੀਂ ਸਕਦਾ। ਆਕਾਸ਼ ਦੀ ਉਚਾਈ ਕਿਸੇ ਤੋਂ ਵੀ ਮਿਲੀ ਨਹੀਂ ਜਾ ਸਕਦੀ। ਐਸਾ ਕੋਈ ਇੰਚੀ ਟੇਪ, ਐਸਾ ਕੋਈ ਮੀਟਰ ਨਹੀਂ ਬਣਿਆ ਜਿਹਦੇ ਨਾਲ ਤੁਸੀਂ ਅਸਮਾਨ ਦੀ ਉਚਾਈ ਮਿਣ ਲਓ। ਜਿਵੇਂ ਆਕਾਸ਼ ਖੁੱਲ੍ਹਾ ਹੈ ਧਰਤੀ ਦੇ ਉੱਤੇ, ਕਿੰਨਾ ਕੁ ਹੈ ਉਹਦਾ ਅੰਤ ਨਹੀਂ। ਬ੍ਰਹਮ ਗਿਆਨੀ ਮਹਾਂਪੁਰਸ਼ ਦੇ ਅੰਦਰ ਪ੍ਰਕਾਸ਼ ਇੰਨਾ ਖੁੱਲ੍ਹਾ ਹੈ। ਆਪ ਦੀ ਜਾਣੀ ਜਾਣ ਉਹ ਸਭ ਵਿਦਿਆ ਆਪ ਦੀ ਤੋਂ ਹੀ ਪੈਦਾ ਹੁੰਦੀ ਹੈ, ਕਿਉਂਕਿ ਜਿੱਥੋਂ ਵਿਦਿਆ ਪੈਦਾ ਹੁੰਦੀ ਹੈ ਉਹ ਕੌਣ ਹੈ। ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ, ਸਰਬ ਵਿਦਿਆ ਕੇ ਨਿਦਾਨ ਹੋ। ਤੇ ਅਕਾਲ ਪੁਰਖ ਜੀ ਤੁਸੀਂ ਸਾਰੀ ਵਿਦਿਆ ਦੇ ਖਜ਼ਾਨੇ ਹੋ। ਸਾਰੀ ਵਿਦਿਆ ਪਰਮੇਸ਼ਰ ਤੋਂ ਹੀ ਪੈਦਾ ਹੁੰਦੀ ਹੈ ਤੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੁੰਦਾ। ਇਸ ਕਰਕੇ ਬਾਬਾ ਜੀ ਤੁਸੀਂ ਉਸ ਵਿਦਿਆ ਨੂੰ ਪ੍ਰਗਟ ਕਰੋ ਸਾਹਿਬਜ਼ਾਦੇ ਵਾਸਤੇ। ਸਤਿਗੁਰੂ ਅਰਜਨ ਦੇਵ ਜੀ ਦਾ ਹੁਕਮ ਪਾ ਕੇ ਬਾਬਾ ਬੁੱਢਾ ਸਾਹਿਬ ਜੀ ਅਰਦਾਸ ਕੀਤੀ ਹੈ ਤੇ ਫੱਟੀ ਲੈ ਕੇ ਉਹਦੇ ਉੱਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਿਆ ਹੈ। ਤੇ ਫਿਰ ਬਾਬਾ ਜੀ ਊੜਾ ਐੜਾ 35 ਅੱਖਰ ਸਾਹਿਬਜ਼ਾਦੇ ਨੂੰ ਪੜ੍ਹਾ ਰਹੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ। ਆਓ ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ ਤੇ ਇਸ ਤੋਂ ਪ੍ਰੇਰਣਾ ਲਈਏ ਕਿ ਅਸੀਂ ਆਪਣੇ ਬੱਚਿਆਂ ਨੂੰ ਪਹਿਲਾਂ ਗੁਰਮੁਖੀ ਪੜ੍ਹਾਉਂਦੇ ਹਾਂ। ਸਾਡੇ ਬੱਚੇ 20-20 ਸਾਲ ਦੇ 25-25 ਸਾਲ ਦੇ ਹੋ ਜਾਂਦੇ ਆ। ਜਦੋਂ ਡਿਗਰੀਆਂ ਕਰਕੇ ਹਟ ਜਾਂਦੇ ਆ, ਮਾਂ ਪਿਓ ਦਾ ਕਹਿਣਾ ਮਨੋਂ ਹਟ ਜਾਂਦੇ ਆ, ਉਦੋਂ ਫਿਰ ਮਾਪੇ ਕਹਿੰਦੇ ਆ ਬਾਬਾ ਜੀ ਸਾਡੇ ਬੱਚੇ ਨੂੰ ਵੀ ਨਿਤਨੇਮ ਸਿਖਾ ਦਿਓ, ਸਾਡੇ ਬੱਚੇ ਨੂੰ ਵੀ ਗੁਰਮੁਖੀ ਸਿਖਾ ਦਿਓ। ਕਿਉਂ? ਹੁਣ ਪਤਾ ਲੱਗਦਾ ਵੀ ਗੁਰਮੁਖੀ ਤੋਂ ਬਿਨਾਂ, ਗੁਰਬਾਣੀ ਤੋਂ ਬਿਨਾਂ ਜੀਵਨ ਗਰਕ ਹੋਣ ਲੱਗਾ ਹੈ। ਤੇ ਜੇ ਪਹਿਲਾਂ ਹੀ ਗੁੜਤੀ ਅਸੀਂ ਗੁਰਮੁਖੀ ਦੀ ਦਈਏ, ਗੁਰੂ ਘਰ ਨਾਲ ਜੋੜੀਏ ਤੇ ਆਪੇ ਚੜ੍ਹਦੀ ਕਲਾ ਹੋ ਜਾਵੇ। ਸੋ ਖਾਲਸਾ ਜੀ ਪਹਿਲਾ ਨਿਯਮ ਹੈ ਗੁਰੂ ਘਰ ਦਾ, ਹਰ ਗੁਰਸਿੱਖ ਮਾਤਾ ਪਿਤਾ ਦਾ ਫਰਜ਼ ਹੈ ਜਦੋਂ ਬੱਚਾ ਬੋਲਣ ਲੱਗੇ ਤੇ ਉਹਦੇ ਮੂੰਹ ਤੋਂ ਊੜਾ ਨਿਕਲੇ, ਉਹਦੇ ਮੂੰਹ ਤੋਂ ਵਾਹਿਗੁਰੂ ਨਿਕਲੇ। ਉਸ ਤੋਂ ਬਾਅਦ ਹੋਰ ਜਿੰਨੀ ਵਿਦਿਆ ਪੜ੍ਹੇ ਰੁਕਾਵਟ ਨਹੀਂ। ਗੁਰੂ ਦਾ ਸਿੱਖ ਕੋਈ ਵੀ ਬੋਲੀ ਸਿੱਖ ਸਕਦਾ, ਕੋਈ ਵੀ ਭਾਸ਼ਾ ਸਿੱਖ ਸਕਦਾ, ਕੋਈ ਵੀ ਵਿਦਿਆ ਪੜ੍ਹ ਸਕਦਾ, ਉਹਨੂੰ ਰੁਕਾਵਟ ਨਹੀਂ ਵਿਦਿਆ ਦੀ। ਪਰ ਪਹਿਲੀ ਵਿਦਿਆ ਬੱਚੇ ਨੂੰ ਗੁਰਮੁਖੀ ਦੀ, ਗੁਰਬਾਣੀ ਦੀ ਹੋਣੀ ਚਾਹੀਦੀ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਪੜ੍ਹਾ ਰਹੇ ਨੇ। ਆਓ ਇਹ ਕਥਾ ਸਰਵਣ ਕਰੀਏ। ਪਿਆਸ ਹੈ ਤਾਂ ਕੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿ ਪ੍ਰਥਮੈ ਓੰਕਾਰ। ਸਭ ਤੋਂ ਪਹਿਲਾਂ ਇੱਕ ਓੰਕਾਰ ਬਾਬਾ ਬੁੱਢਾ ਜੀ ਨੇ ਆਪਣੇ ਮੁਖ ਤੋਂ ਉਚਾਰਨ ਕਰਕੇ ਪੱਟੀ ਦੇ ਉੱਪਰਲੇ ਪਾਸੇ ਲਿਖਿਆ ਹੈ। ਹਾਂਜੀ, ਸਤਿਗੁਰੂ ਪ੍ਰਸਾਦ ਉਚਾਰਾ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਨਾਲ ਉਸ ਬ੍ਰਹਮ ਦੀ, ਪਰਮਾਤਮਾ ਦੀ, ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ, ਸਭ ਅੱਖਰ ਆਦ ਉਪਕਾਰਾ। ਫਿਰ ਊੜੇ ਤੋਂ ਲੈ ਕੇ 35 ਅੱਖਰ ਬਾਬਾ ਬੁੱਢਾ ਸਾਹਿਬ ਜੀ ਨੇ ਪੂਰਨੇ ਪਾਏ ਨੇ, ਪੱਟੀ ਦੇ ਉੱਤੇ ਲਿਖੇ ਹਨ। ਪਾਠ ਲੀਨੇ ਅੰਤੜਕਾਰਾ। ਅੜਾੜੇ ਤੱਕ, ਊੜੇ ਤੋਂ ਅੜਾੜੇ ਤੱਕ ਇਹ 35 ਅੱਖਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਲ ਦੀ ਨਾਲ ਹੀ ਪੜ੍ਹ ਲਏ ਹਨ। ਦਿਨ ਪ੍ਰਥਮ ਪਠਤ ਪਏ ਏਤਾ। ਪਹਿਲੇ ਦਿਨ ਸਾਧ ਸੰਗਤ ਜੀ 35 ਅੱਖਰ ਪੜ੍ਹਨੇ ਵੀ, ਲਿਖਣੇ ਵੀ, ਬੋਲਣੇ ਵੀ ਸਿੱਖ ਗਏ। ਕਿਉਂਕਿ ਸਤਿਗੁਰੂ ਪਾਤਸ਼ਾਹ ਮੁੱਢ ਤੋਂ ਹੀ ਅਵਤਾਰੀ ਪੁਰਸ਼ ਸਨ। ਕੇਵਲ ਲੀਲਾ ਮਾਤਰ ਸਤਿਗੁਰੂ ਪੜ੍ਹ ਰਹੇ ਸਨ। ਉਹਨਾਂ ਨੂੰ ਪੜ੍ਹਨੇ ਦੀ ਲੋੜ ਨਹੀਂ, ਪੜ੍ਹਾਉਣੇ ਦੀ ਲੋੜ ਨਹੀਂ। ਕੇਵਲ ਸਾਨੂੰ ਮਰਿਆਦਾ ਸਿਖਾਉਣ ਵਾਸਤੇ ਵੀ ਇਸ ਤਰ੍ਹਾਂ ਵਿਦਿਆ ਪੜ੍ਹੀ ਦੀ ਹੈ। ਸੱਚੇ ਪਾਤਸ਼ਾਹ ਵਿਦਿਆ ਪੜ੍ਹ ਰਹੇ। ਪਹਿਲੇ ਦਿਨ ਹੀ 35 ਅੱਖਰ ਜ਼ਬਾਨੀ ਯਾਦ ਕਰ ਲਏ, ਸ਼ੁੱਧ ਉਚਾਰਨ ਕਰਨੇ ਸਿੱਖ ਲਏ। ਹਾਂਜੀ, ਉਨ ਦਿਓ ਸਿੱਧਤੀ ਕਰ ਚੇਤਾ। ਦੂਜੇ ਦਿਨ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਕਲਾਸ ਲਾਈ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੜ੍ਹਨ ਵਾਸਤੇ ਫਿਰ ਬੈਠੇ ਹਨ। ਹਾਂਜੀ, ਪਾਠ ਲੀਨ ਮੁਹਾਰਨ ਸਾਰੀ। ਦੂਜੇ ਦਿਨ ਮੁਹਾਰਨੀ ਪੜ੍ਹੀ ਹੈ। ਨਹੀਂ ਤਾਂ ਸਾਧ ਸੰਗਤ ਜੀ ਬੱਚੇ ਨੂੰ
ਕਈ ਵਾਰੀ ਤਾਂ 6-6 ਮਹੀਨੇ ਉਡਾੜਾ ਹੀ ਨਹੀਂ ਆਉਂਦਾ, ਕਈਆਂ ਨੂੰ ਸਾਲ ਹੀ ਨਹੀਂ ਆਉਂਦਾ। ਜੈਸੀ ਕਿਸੇ ਦੀ ਬੁੱਧੀ ਹੁੰਦੀ ਹੈ, ਕਈਆਂ ਦੀ ਤੇਲੀਆ ਬੁੱਧੀ ਛੇਤੀ ਸਮਝ ਜਾਂਦੇ ਤੇ ਕਈਆਂ ਨੂੰ ਬਹੁਤ ਟਾਈਮ ਲੱਗ ਜਾਂਦਾ। ਪਰ ਇੱਕ ਦਿਨ ਵਿੱਚ 35 ਅੱਖਰ ਆ ਜਾਣੇ, ਇਹ ਅਕਾਲ ਪੁਰਖ ਦੀ ਖੇਡ ਹੀ ਹੈ, ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਦਿਨ ਹੀ 35 ਅੱਖਰ ਸਿੱਖ ਗਏ। ਅਗਲੇ ਦਿਨ ਮੁਹਾਰਨੀ ਜਿਹੜੀ ਹੈ, ਜਿਹੜੀ ਸਿਹਾਰੀਆਂ ਬਿਹਾਰੀਆਂ ਔਂਕੜ ਦਲੈਂਕੜ ਮਾਤਰਾਵਾਂ ਹਨ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਲਈਆਂ। ਲਾਗੇ ਲਾਗੇ ਜਥਾ ਉਚਾਰੀ, ਕਿਵੇਂ ਸਿਹਾਰੀ ਲੱਗਦੀ ਹੈ, ਕਿਵੇਂ ਬਿਹਾਰੀ ਲੱਗਦੀ ਹੈ, ਕਿਵੇਂ ਔਂਕੜ ਦੀ ਆਵਾਜ਼ ਆਉਂਦੀ ਹੈ, ਦਲੈਂਕੜ ਦੀ ਆਵਾਜ਼ ਕਿਹੜੀ ਹੁੰਦੀ ਹੈ, ਇਹ ਸਾਰੀਆਂ ਧੁਨਾਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾ ਰਹੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਨਾਲ ਦੀ ਨਾਲ ਹੀ ਉਹਨਾਂ ਨੂੰ ਸਿੱਖੀ ਜਾਂਦੇ ਹਨ। ਹਾਂਜੀ, ਤਿੰਨ ਤ੍ਰਿਤੀਏ ਪਾਵਤ ਨਾਵੇ, ਤੀਜੇ ਦਿਨ ਤੇ ਨਾਵੇਂ ਪਾਉਣ ਲੱਗ ਪਏ ਹਨ। ਤੀਜੇ ਦਿਨ ਲਿਖਣ ਵੀ ਲੱਗ ਪਏ ਹਨ, ਜੋੜ ਕੇ ਅੱਖਰਾਂ ਨੂੰ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਬਾਬਾ ਬੁੱਢਾ ਜੀ ਬੋਲਦੇ ਨੇ, ਫਟਾਫਟ ਗੁਰੂ ਹਰਗੋਬਿੰਦ ਸਾਹਿਬ ਜੀ ਲਿਖ ਦਿੰਦੇ ਨੇ। ਹਾਂਜੀ, ਜਿਵੇਂ ਬੁੱਢਾ ਬਾਖ ਅਲਾਵੇ, ਜਿਵੇਂ ਬਾਬਾ ਬੁੱਢਾ ਜੀ ਕਹਿੰਦੇ ਵੀ ਲਿਖੋ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਲਿਖੋ, ਧੰਨ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਨਾਮ ਲਿਖੋ, ਗੁਰੂ ਸਾਹਿਬਾਂ ਦੇ ਨਾਮ, ਮਹਾਂਪੁਰਸ਼ਾਂ ਦੇ ਨਾਮ, ਪਰਮੇਸ਼ਰ ਦੇ ਨਾਮ ਉਹ ਲਿਖਵਾਏ ਜਾ ਰਹੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਬੋਲਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਲਿਖਦੇ ਨੇ। ਹਾਂਜੀ, ਪਟਿਆ ਲੇਖ ਨਾਵਨ ਪੂਰੀ, ਫੱਟੀਆਂ ਦੇ ਉੱਤੇ ਲਿਖਦੇ ਹੁੰਦੇ ਸੀ। ਉਸ ਜ਼ਮਾਨੇ 'ਚ ਲੱਕੜ ਦੀਆਂ ਫੱਟੀਆਂ ਗਾਚਣੀ ਨਾਲ ਪੋਚ ਕੇ ਲਿਖਣ ਦਾ ਰਿਵਾਜ ਸੀ। ਤਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਫੱਟੀ ਲਿਖੀ ਜਾਂਦੇ ਨੇ ਤੇ ਸਤਿਗੁਰੂ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਲਿਖਾਈ ਜਾਂਦੇ ਨੇ। ਹਾਂਜੀ, ਮੁਖ ਬਾਣੀ ਉਚਰਤ ਰੂਰੀ, ਤੇ ਬੜੇ ਸੋਹਣੇ ਬਚਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬੋਲਦੇ, ਜ਼ਬਾਨ ਬੜੀ ਮਿੱਠੀ ਸੁਰੀਲੀ ਹੈ। ਬਾਬਾ ਬੁੱਢਾ ਸਾਹਿਬ ਜੋ ਵੀ ਬਚਨ ਬੋਲਦੇ ਨੇ, ਗੁਰੂ ਹਰਗੋਬਿੰਦ ਸਾਹਿਬ ਉਹ ਬਚਨ ਇਨ ਬਿਨ ਬੋਲਦੇ ਨੇ। ਅੱਖਰਾਂ ਦੇ ਵਿੱਚ, ਉਚਾਰਨ ਦੇ ਵਿੱਚ ਸ਼ੁੱਧੀ ਬੜੀ ਹੈ। ਸਾਧ ਸੰਗਤ ਜੀ, ਅੱਜ ਕੱਲ੍ਹ ਤਾਂ ਪੰਜਾਬ ਦੇ 12,000 ਪਿੰਡ ਨੇ। 3 ਵੱਡੀਆਂ ਯੂਨੀਵਰਸਿਟੀਆਂ ਦਾ ਤਾਂ ਮੈਨੂੰ ਪਤਾ ਹੈ, ਬਾਕੀ ਹੋਰ ਵੀ ਛੋਟੀ-ਛੋਟੀਆਂ ਕਾਲਜਾਂ ਵਿੱਚ ਵੀ ਦਾਸ ਗਿਆ, ਯੂਨੀਵਰਸਿਟੀਆਂ 'ਚ ਵੀ ਗਿਆ। ਬੱਚੇ ਸਾਡੇ ਪੰਜਾਬੀ ਦੀ MA ਕੀਤੀ ਹੁੰਦੀ 35 ਅੱਖਰ ਨਹੀਂ ਬੋਲ ਸਕਦੇ। ਨੰਗੇ ਨੂੰ ਅੰਗਾ ਹੀ ਬੋਲਦੇ, ਨੰਗੇ ਨੂੰ ਕੁਝ ਹੋਰ ਹੀ ਬੋਲੀ ਜਾਂਦੇ, ਅੜਾੜੇ ਨੂੰ ਰਾੜਾ ਬੋਲ ਦਿੰਦੇ। ਯਾਨੀ 35 ਅੱਖਰ ਨਹੀਂ ਬੋਲਣੇ ਆਉਂਦੇ, ਬਾਕੀ ਪਤਾ ਨਹੀਂ ਪੰਜਾਬੀ ਦੀ MA ਕਿਵੇਂ ਕਰੀ ਜਾਂਦੇ। ਅੱਖਰਾਂ ਦਾ ਉਚਾਰਨ ਬਾਬਾ ਬੁੱਢਾ ਸਾਹਿਬ ਜੀ ਬੜਾ ਸ਼ੁੱਧ ਕਰਾਉਂਦੇ ਤੇ ਗੁਰੂ ਹਰਗੋਬਿੰਦ ਸਾਹਿਬ ਬੜਾ ਸ਼ੁੱਧ ਕਰਦੇ ਆ। ਹਾਂਜੀ, ਸਭ ਵਿਦਿਆ ਕਾਰਨ ਜੋਈ, ਇਹ ਗੁਰੂ ਹਰਗੋਬਿੰਦ ਸਾਹਿਬ ਹਨ, ਜਿੰਨੀ ਦੁਨੀਆ ਦੀ ਵਿਦਿਆ ਹੈ ਉਸ ਨੂੰ ਪੈਦਾ ਕਰਨ ਵਾਲੇ ਹਨ। ਅਕਾਲ ਪੁਰਖ ਪਰਮੇਸ਼ਰ ਦਾ ਰੂਪ ਸਤਿਗੁਰੂ, ਸਾਰੀ ਵਿਦਿਆ ਤਾਂ ਉਹਨਾਂ ਤੋਂ ਪੈਦਾ ਹੋਈ ਹੈ। ਉਹ ਕਿਉਂ ਨਾ ਸ਼ੁੱਧ ਪੜ੍ਹਨਗੇ? ਸਾਰੇ ਸੰਸਾਰ ਦੀ ਵਿਦਿਆ ਨੂੰ ਪ੍ਰਗਟ ਕਰਨ ਵਾਲੇ ਜੋ ਹੋਏ। ਹਾਂਜੀ, ਲਗ ਪੜਨ ਗੁਰਮੁਖੀ ਸੋਈ, ਅੱਜ ਗੁਰਮੁਖੀ ਪੜ੍ਹ ਰਹੇ ਨੇ, ਕੈਸੀ ਲੀਲਾ ਕਰ ਰਹੇ ਨੇ। ਬਾਬਾ ਬੁੱਢਾ ਜੀ ਪੜ੍ਹਾ ਰਹੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਪੜ੍ਹ ਰਹੇ ਨੇ। ਇਹ ਲੀਲਾ ਸਤਿਗੁਰੂ ਪਾਤਸ਼ਾਹ ਜੀ ਦੀ ਹੈ। ਹਾਂਜੀ, ਤਨ ਮਾਨ ਖਦਾਰਿਓ ਜੈਸੇ, ਸਾਧ ਸੰਗਤ ਜੀ, ਜਿਹੋ ਜਿਹਾ ਮਹਾਰਾਜ ਨੇ ਜਾਮਾ ਧਾਰਨ ਕੀਤਾ ਉਹੋ ਜੀ ਲੀਲਾ ਕਰ ਰਹੇ ਨੇ। ਸਤਿਗੁਰਾਂ ਦਾ ਅਸਲ ਸਰੂਪ ਕੀ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ, ਜਾਸ ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ, ਜਾਕੇ ਓੰਕਾਰ ਕੇ ਆਕਾਰ ਹੈ, ਨਾਨਾ ਪ੍ਰਕਾਰ ਸ੍ਰੀ ਮੁਖ ਸ਼ਬਦ ਗੁਰ ਸਿੱਖਨ ਸੁਨਾਏ ਹੈ। ਜਿਸ ਅਕਾਲ ਪੁਰਖ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਮੰਡ ਵਸਦੇ ਹਨ। ਇੱਕ ਰੋਮ ਦੇ ਵਿੱਚ ਕਿੰਨੀਆਂ ਆਕਾਸ਼ ਗੰਗਾ, ਕਿੰਨੀਆਂ ਗਲੈਕਸੀਜ਼ ਇੱਕ ਰੋਮ 'ਚ ਵਸਦੀਆਂ ਨੇ। ਉਹਦੇ ਰੋਮਾਂ ਦਾ ਅੰਤ ਨਹੀਂ। ਕਿੱਡਾ ਵੱਡਾ ਉਹ ਪਰਮੇਸ਼ਰ, ਇੰਨਾ ਵੱਡਾ ਪਰਮਾਤਮਾ, ਇੰਨਾ ਵੱਡਾ ਵਾਹਿਗੁਰੂ ਸਾਨੂੰ ਦਰਸ਼ਨ ਦੇਣ ਲਈ ਸਾਡੇ ਵਰਗੇ 10 ਜਾਮੇ ਧਾਰਨ ਕਰਕੇ ਆਇਆ ਹੈ। ਮਨੁੱਖੀ ਜਾਮਾ ਧਾਰਨ ਕੀਤਾ, ਮਾਨਸ ਅਵਤਾਰ ਦਾ ਦਰਸ਼ ਦਿਖਾਏ ਹੈ। ਇਹ ਭਾਈ ਗੁਰਦਾਸ ਜੀ ਦੀ ਬਾਣੀ ਹੈ। ਭਾਈ ਗੁਰਦਾਸ ਜੀ ਦੀ ਬਾਣੀ ਗੁਰਬਾਣੀ ਦੀ ਕੁੰਜੀ ਹੈ। ਕਵਿਤ ਸਵਈਏ ਭਾਈ ਸਾਹਿਬ ਨੇ ਲਿਖੇ ਨੇ, ਉਹਨਾਂ ਵਿੱਚ ਇੱਕ ਕਵਿਤ ਆਉਂਦਾ ਕਿ ਜਿਸ ਵਾਹਿਗੁਰੂ ਦੇ ਇੱਕ ਰੋਮ 'ਚ ਕਰੋੜਾਂ ਬ੍ਰਹਮੰਡ ਵਸਦੇ ਹਨ, ਉਹ ਅੱਜ ਗੁਰੂ ਹਰਗੋਬਿੰਦ ਦਾ ਰੂਪ ਧਾਰ ਕੇ ਬੈਠਾ ਹੈ ਤੇ ਸਤਿਗੁਰੂ ਸਾਰੀ ਦੁਨੀਆ ਨੂੰ ਪੜ੍ਹਾਉਣ ਵਾਲੇ ਆਪ ਪੜ੍ਹ ਰਹੇ ਹਨ। ਹਾਂਜੀ, ਨਿਰਵਾਹ ਸਵਾਂਗ ਕਹਤ ਹੈ
जैसे। ਇਹ ਮਹਾਰਾਜ ਨੇ ਮਨੁੱਖੀ ਜਾਮਾ ਜੋ ਧਾਰਨ ਕੀਤਾ ਹੈ, ਜਿਹੜੀ ਮਨੁੱਖੀ ਜਾਮੇ ਦੀ ਖੇਡ ਹੁੰਦੀ ਹੈ ਉਹਦਾ ਸਵਾਂਗ ਪੂਰਾ ਨਿਭਾ ਰਹੇ ਨੇ, ਉਹ ਲੀਲਾ ਪੂਰੀ ਕਰਕੇ ਦਿਖਾ ਰਹੇ ਨੇ ਸੱਚੇ ਪਾਤਸ਼ਾਹ। ਉਹਨਾਂ ਨੂੰ ਪੜ੍ਹਨ ਦੀ ਲੋੜ ਨਹੀਂ, ਉਹ ਤਾਂ ਪੜ੍ਹੇ ਪੜ੍ਹਾਏ ਨੇ, ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਣਹਾਰ। ਉਹ ਬਿਨਾਂ ਪੜ੍ਹਾਏ ਪੜ੍ਹੇ ਨੇ, ਸਾਰੀ ਦੁਨੀਆ ਨੂੰ ਜੋ ਪੜ੍ਹਾਉਣ ਵਾਲੇ ਨੇ। ਪਰ ਇੱਕ ਮਰਜ਼ਾਦਾ ਹੈ ਮਨੁੱਖੀ ਜਾਮੇ ਦੀ, ਜੋ ਮਨੁੱਖੀ ਜਾਮੇ ਦੀ ਮਰਜ਼ਾਦਾ ਹੈ ਉਹਦੇ ਵਿੱਚ ਕਿਸੇ ਟੀਚਰ ਕੋਲੋਂ, ਕਿਸੇ ਉਸਤਾਦ ਕੋਲੋਂ ਵਿੱਦਿਆ ਪੜ੍ਹਨੀ ਜ਼ਰੂਰੀ ਹੁੰਦੀ ਹੈ। ਸਾਨੂੰ ਸਮਝਾਉਣ ਲਈ ਆਪ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਵਿੱਦਿਆ ਪੜ੍ਹ ਰਹੇ ਨੇ। ਹਾਂਜੀ, ਪੁੰਨ ਪੋਥੀ ਪੜਨ ਸੁ ਲਾਗੇ। ਜਦੋਂ ਗੁਰਮੁਖੀ ਅੱਖਰ ਬੜੇ ਸੋਹਣੇ ਲਿਖਣੇ ਪੜ੍ਹਨੇ ਸਿੱਖ ਗਏ, ਫਿਰ ਪੋਥੀ ਸਾਹਿਬ ਦਾ ਪ੍ਰਕਾਸ਼ ਕਰਕੇ ਪੰਜ ਗ੍ਰੰਥੀ ਪੋਥੀ ਲਈ। ਪੰਜ ਗ੍ਰੰਥੀ ਪੋਥੀ ਤੋਂ ਪੜ੍ਹਨਾ ਸ਼ੁਰੂ ਕੀਤਾ ਸ੍ਰੀ ਜਪਜੀ ਸਾਹਿਬ ਦਾ ਪਾਠ। ਹਾਂਜੀ, ਸਭ ਦੇਖਤ ਅਚਰਜ ਪਾਗੇ। ਸਭ ਦੇਖ ਕੇ ਹੈਰਾਨ ਸਨ ਵੀ ਪਹਿਲੇ ਦਿਨ ਹੀ ਪੋਥੀ ਤੇ ਬੈਠੇ ਸ਼ੁੱਧ ਪਾਠ ਕਰ ਰਹੇ। ਜਪਜੀ ਸਾਹਿਬ ਦਾ ਉਚਾਰਨ ਬੜਾ ਹੀ ਸਪਸ਼ਟ ਹੈ। ਸਾਧ ਸੰਗਤ ਜੀ ਮਾਫ ਕਰਨਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਸਭ ਤੋਂ ਮਹਿੰਗੀ ਬਾਣੀ ਜਿਹੜੀ ਹੈ ਨਾ, ਉਚਾਰਨ ਦੇ ਪੱਖ ਤੋਂ, ਅਰਥਾਂ ਦੇ ਪੱਖ ਤੋਂ, ਭਾਵ ਅਰਥ ਦੇ ਪੱਖ ਤੋਂ, ਉਹ ਸ੍ਰੀ ਜਪਜੀ ਸਾਹਿਬ ਹੀ ਹੈ। ਸ੍ਰੀ ਜਪਜੀ ਸਾਹਿਬ ਜੀ ਦਾ ਸ਼ੁੱਧ ਉਚਾਰਨ, ਫਿਰ ਉਹਦੇ ਭਾਵਾਂ ਨੂੰ ਸਮਝਣਾ, ਅਰਥਾਂ ਨੂੰ ਸਮਝਣਾ, ਇਹ ਬੜੀ ਦੂਰ ਦੀ ਗੱਲ ਹੈ। ਅਸੀਂ ਸਾਰੇ ਪਾਠ ਕਰਦੇ ਹਾਂ, ਦੇਖਿਆ ਸ੍ਰੀ ਜਪਜੀ ਸਾਹਿਬ ਜੀ ਦਾ ਮੁੱਢ ਤੋਂ ਹੀ। ਉਹ ਜਿਵੇਂ ਮੁਸਲਮਾਨ ਕਹਿੰਦੇ ਨੇ ਨਾ, ਕਹਿੰਦੇ ਬਿਸਮਿਲ੍ਲਾ ਹੀ ਗਲਤ ਹੈ, ਸ਼ੁਰੂ 'ਚ ਹੀ ਇੱਕ ਓਂਕਾਰ ਕਹਿੰਦੇ ਨੇ। ਇੱਕ ਓਂਕਾਰ ਕਿਤੇ ਨਹੀਂ ਲਿਖਿਆ ਹੋਇਆ, ਇੱਕ ਓਂਕਾਰ। ਇੱਕ ਓਂਕਾਰ ਕੀ ਹੋਇਆ? ਕਿਉਂ ਕੀ ਹੁੰਦਾ? ਬਸ ਸਿਰਫ ਬਿਨਾਂ ਸੰਥਿਆ ਦੇ, ਬਿਨਾਂ ਕਿਸੇ ਉਸਤਾਦ ਦੇ, ਆਪਣੇ ਆਪ ਹੀ ਅਸੀਂ ਪਾਠ ਮੁੱਢ ਤੋਂ ਹੀ ਗਲਤ ਕਰ ਦਿੰਦੇ। ਫਿਰ ਜਪਜੀ ਸਾਹਿਬ ਦੇ ਵਿੱਚ ਜਿੱਥੇ ਵੀ ਅੱਗੇ ਚੱਲੋ, ਸੁਣਿਆ ਨੂੰ ਸੁਣੀਆਂ ਹੀ ਬੋਲੀ ਜਾਂਦੇ ਆ, ਮੰਨੇ ਨੂੰ ਮੰਨੇ, ਮੰਨੇ ਨੂੰ ਮੰਨੈ, ਤੇ ਜਿੱਥੇ ਮਨ ਕਰਕੇ ਬੋਲਣਾ ਹੈ ਉੱਥੇ ਮਨ ਕਰਕੇ ਬੋਲੀ ਜਾਂਦੇ ਆ। ਯਾਨੀ ਸ਼ੁੱਧ ਪਾਠ ਦੀ ਸੰਥਿਆ ਜਿਹੜੀ ਹੈ ਉਹ ਅਸੀਂ ਨਹੀਂ ਲੈਂਦੇ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਹਿਲੇ ਦਿਨ ਹੀ ਪਾਠ ਸ਼ੁੱਧ ਕਰਨ ਲੱਗ ਪਏ ਹਨ। ਹਾਂਜੀ, ਨਹਿ ਮਹਿਮਾ ਜਿਨ ਹੋ ਪਛਾਨੀ। ਮੂਰਖ ਲੋਕ ਉਹਨਾਂ ਦੀ ਮਹਿਮਾ ਨਹੀਂ ਜਾਣਦੇ, ਉਹ ਸਮਝਦੇ ਆ ਵੀ ਇਹ ਪੜ੍ਹ ਰਹੇ ਹਨ। ਹਾਂਜੀ, ਤਿੰਨ ਭਈ ਬੁੱਧ ਬਿਸਮਾਨੀ। ਉਹਨਾਂ ਦੀ ਬੁੱਧੀ ਹੈਰਾਨ ਹੈ ਵੀ ਇਹ ਬੱਚਾ ਪਹਿਲੇ ਦਿਨ ਹੀ ਇੰਨਾ ਸ਼ੁੱਧ ਪਾਠ ਕਿਵੇਂ ਕਰ ਰਿਹਾ। ਉਹ ਬੱਚਾ ਸਮਝਦੇ ਹਨ। ਹੁਣ ਬੱਚਾ ਤੇ ਪਰਮੇਸ਼ਰ 'ਚ ਬੜਾ ਫਰਕ ਹੈ। ਸਾਧ ਸੰਗਤ ਜੀ, ਜਿਹੜੇ ਅੱਜ ਕੱਲ੍ਹ ਵੀ ਸਾਡੇ 'ਚ ਕਈ ਪ੍ਰਚਾਰਕ, ਉਹ ਸਤਿਗੁਰਾਂ ਨੂੰ ਆਮ ਇਨਸਾਨ ਹੀ ਸਮਝਣ ਲੱਗ ਪਏ ਹੈ। ਆਮ ਇਨਸਾਨ ਦਾ ਬੱਚਾ 7-8 ਸਾਲ ਦੀ ਉਮਰ 'ਚ ਕਿੰਨੀ ਕੁ ਸਮਰੱਥਾ ਰੱਖ ਸਕਦਾ ਹੈ? ਕੀ ਉਹ ਗੀਤਾ ਦੇ ਅਰਥ ਕਰਾ ਸਕਦਾ ਗੂੰਗੇ ਕੋਲੋਂ? ਪੁੱਛੋ ਇਹਨਾਂ ਨੂੰ ਵੀ ਗੂੰਗਾ ਗੀਤਾ ਦੇ ਅਰਥ ਕਰ ਸਕਦਾ ਹੈ? ਸਿਰ ਤੇ ਛੜੀ ਰੱਖ ਕੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਕੇਵਲ ਉਦੋਂ 5.5-6 ਸਾਲ ਉਮਰ ਸੀ ਜਦੋਂ ਮਹਾਰਾਜ ਪੰਜੋਖਰਾ ਸਾਹਿਬ ਆਏ ਨੇ ਦਿੱਲੀ ਨੂੰ ਜਾਂਦਿਆਂ ਹੋਇਆਂ। ਇੰਨੀ ਕੁ ਅਵਸਥਾ ਦੇ ਵਿੱਚ 6-6.5 ਸਾਲ ਦੀ ਅਵਸਥਾ 'ਚ ਕੌਤਕ ਕੀਤਾ ਸੀ, ਤੇ ਗੂੰਗੇ ਨੇ ਗੀਤਾ ਦੇ ਅਰਥ ਕਰਕੇ ਸੁਣਾਏ ਸੀ। ਪੰਜੋਖਰਾ ਸਾਹਿਬ ਅਸਥਾਨ ਮੌਜੂਦ ਹੈ। ਚਲੋ ਉਹ ਤਾਂ ਹੁਣ ਗੱਲ ਪੁਰਾਣੀ ਹੋ ਗਈ। ਅੱਜ ਵੀ ਉੱਥੇ ਅਰਦਾਸ ਕਰਕੇ ਸੈਂਕੜੇ ਗੂੰਗਿਆਂ ਨੂੰ ਜ਼ਬਾਨਾਂ ਮਿਲਦੀਆਂ ਨੇ। ਕਿਰਪਾ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਅੱਜ ਵੀ ਵਰਤ ਰਹੀ ਹੈ। ਤਾਂ ਗੁਰੂ ਦੀ ਕਲਾ ਨੂੰ ਉਮਰ ਦੇ ਨਾਲ ਨਹੀਂ ਮਾਪਣਾ ਚਾਹੀਦਾ। ਗੁਰੂ ਇਹਨਾਂ ਚੀਜ਼ਾਂ ਤੋਂ ਬੜਾ ਉੱਪਰ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਾਠ ਕਰ ਰਹੇ ਨੇ, ਤੇ ਜਿਹੜੇ ਸੰਸਾਰੀ ਬਿਰਤੀਆਂ ਵਾਲੇ ਨੇ ਉਹ ਬੜੇ ਹੈਰਾਨ ਨੇ ਵੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਸ਼ੁੱਧ ਪਾਠ ਉਹ ਵੀ 1-2 ਦਿਨਾਂ ਵਿੱਚ ਹੀ ਕਰਨ ਲੱਗ ਪਏ ਹਨ। ਹਾਂਜੀ, ਕੁਛ ਦੇਰ ਨਾ ਲੱਗੀ ਐਸੇ। ਕੋਈ ਦੇਰ ਨਹੀਂ ਲੱਗੀ, ਪੋਥੀ ਬੜੀ ਸਾਫ਼ ਸਪਸ਼ਟ ਪੜ੍ਹਨ ਲੱਗ ਪਏ ਹਨ। ਹਾਂਜੀ, ਜਨ ਪੜ੍ਹੇ ਪ੍ਰਥਮ ਪੜ੍ਹ ਤੈਸੇ। ਜਿਵੇਂ ਪਹਿਲਾਂ ਕਿਸੇ ਉਸਤਾਦ ਕੋਲੋਂ ਲੰਮਾ ਸਮਾਂ ਕੋਈ ਸੰਥਿਆ ਲਈ ਹੋਵੇ, ਏਦਾਂ ਪਾਠ ਕਰਦੇ ਹਨ। ਸ਼੍ਰੀ ਅਰਜਨ ਸੁਨਤ ਆਨੰਦੇ। ਗੁਰੂ ਅਰਜਨ ਦੇਵ ਜੀ ਪਾਠ ਸੁਣਦੇ ਬੜੇ ਪ੍ਰਸੰਨ ਹੁੰਦੇ ਹਨ। ਹਾਂਜੀ, ਸੁਤ ਬਾਚਕ ਭਇਓ ਬਿਲੰਦੇ। ਇਸ ਸਾਹਿਬਜ਼ਾਦਾ ਬੜਾ ਸ਼ੁੱਧ ਪਾਠੀ ਗੁਰਬਾਣੀ ਦਾ ਹੋਇਆ ਹੈ। ਹਾਂਜੀ, ਜੋ ਲੇਕਰ ਹੱਥ ਪੜਾਵੇ। ਜੋ ਬਾਬਾ ਬੁੱਢਾ ਸਾਹਿਬ ਜੀ ਪੋਥੀ ਦਿੰਦੇ ਨੇ ਪੜ੍ਹਨ ਨੂੰ, ਉਹ ਹੱਥ ਵਿੱਚ ਲੈ ਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਪੜ੍ਹਦੇ ਨੇ। ਹਾਂਜੀ, ਤਤਕਾਲ ਸਬਾਚ ਸੁਣਾਵੇ। ਜਿਹੜਾ ਵੀ ਪਾਠ ਬਾਬਾ ਜੀ ਦਿੰਦੇ ਨੇ ਉਹਨੂੰ ਉਸੇ ਵੇਲੇ ਸ੍ਰੀ ਹਰਗੋਬਿੰਦ ਜੀ ਸ਼ੁੱਧ ਪੜ੍ਹ ਕੇ ਸੁਣਾ ਦਿੰਦੇ ਨੇ। ਉਹਨ ਬਹੁਤ
ਬਹੁਤ ਪ੍ਰਸ਼ਾਦ ਮੰਗਾਓ। ਫਿਰ ਬਹੁਤ ਦਿਨ ਲੰਘ ਗਏ, ਜਦੋਂ ਪਾਠੀ ਸ਼ੁੱਧ ਬਣ ਗਏ, ਗੁਰਬਾਣੀ ਸਾਰੀ ਪੜ੍ਹ ਲਈ, ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਹੁਣ ਦੂਸਰੀ ਵਿਦਿਆ ਸ਼ੁਰੂ ਕਰੀਏ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਫਿਰ ਤਿਆਰ ਕਰਵਾਈਆਂ, ਕੜਾਹ ਪ੍ਰਸ਼ਾਦ ਦੀਆਂ ਬਰਾਤਾਂ ਮੰਗਵਾ ਕੇ ਸਭ ਬੁੱਢੇ ਅਗਰ ਰਖਵਾਓ। ਬਾਬਾ ਬੁੱਢਾ ਜੀ ਦੇ ਅੱਗੇ ਰੱਖੀਆਂ, ਅਰਦਾਸ ਕਰਵਾਈ ਬਾਬਾ ਜੀ ਕੋਲੋਂ। ਹਰ ਗੋਬਿੰਦ ਪਦ ਪਰ ਡਾਰਾ। ਤੇ ਫਿਰ ਸ੍ਰੀ ਹਰਗੋਬਿੰਦ ਜੀ ਨੂੰ ਕਿਹਾ ਵੀ ਸ੍ਰੀ ਬਾਬਾ ਬੁੱਢਾ ਜੀ ਦੇ ਚਰਨਾਂ ਤੇ ਉੱਠ ਕੇ ਨਮਸਕਾਰ ਕਰੋ। ਗੁਰ ਕੀਨਸ ਬੁੱਧ ਉਦਾਰਾ। ਤੇ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨੇ ਇਹ ਸਾਰਾ ਕੁਝ ਆਪਣੀ ਦੇਖ ਰੇਖ ਵਿੱਚ ਕਰਵਾਇਆ ਕਿ ਬਾਬਾ ਬੁੱਢਾ ਜੀ ਹੁਣ ਸਾਹਿਬਜ਼ਾਦੇ ਨੂੰ ਦੂਸਰੀ ਵਿਦਿਆ ਵੀ ਪੜ੍ਹਾਓ। ਸਭ ਵਿਦਿਆ ਹਿਰਦੈ ਬਸਾਈ। ਆਪ ਜੀ ਵਿਦਿਆ ਦੇ ਖਜ਼ਾਨੇ ਹੋ। ਆਪ ਜੀ ਨੇ ਬੜੀ ਕਿਰਪਾ ਕੀਤੀ, ਸਾਹਿਬਜ਼ਾਦੇ ਨੂੰ ਗੁਰਬਾਣੀ ਦੀ ਵਿਦਿਆ 'ਚ ਪਰਪੱਕ ਕਰ ਦਿੱਤਾ ਹੈ। ਤੇ ਨਮਰਤ ਸੇ ਅਗਵਾਈ। ਜਿਨ੍ਹਾਂ ਤੋਂ ਵਿਦਿਆ ਪੜ੍ਹੀਏ ਉਹਨਾਂ ਦਾ ਸਤਿਕਾਰ ਵੀ ਕਰੀਦਾ ਹੈ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਮਹਾਪੁਰਸ਼ਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨਮਸਕਾਰ ਕੀਤੀ ਹੈ। ਸਾਰੀ ਉਮਰ ਇਹ ਨਿਯਮ ਬਣਿਆ ਰਿਹਾ। ਜਦੋਂ ਬਾਬਾ ਬੁੱਢਾ ਸਾਹਿਬ ਜੀ ਮਿਲਦੇ ਸੀ, ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਮੱਥਾ ਟੇਕਦੇ ਸੀ, ਤੇ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਦੇ, ਇੱਕ ਦੂਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਸੀ। ਕਿੰਨਾ ਪਿਆਰ, ਕਿੰਨਾ ਸਤਿਕਾਰ ਇਹ ਦੋਵੇਂ ਮਹਾਂਪੁਰਸ਼ ਇੱਕ ਦੂਜੀ ਦਾ ਕਰਦੇ ਸੀ। ਹਾਂਜੀ, ਸਭ ਸੰਗਤ ਮਹਿ ਵਰਤਾਵਾ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਾਬਾ ਬੁੱਢਾ ਸਾਹਿਬ ਜੀ ਨੇ ਭੋਗ ਲਵਾ ਕੇ ਸੰਗਤਾਂ 'ਚ ਵਰਤਾ ਦਿੱਤੀਆਂ। ਪਕਵਾਨ ਮਹਾ ਮਨ ਭਾਵਾ। ਤੇ ਬੜੇ ਸੋਹਣੇ ਪਕਵਾਨ ਲੰਗਰ 'ਚ ਤਿਆਰ ਕਰਕੇ ਛਕਾਏ ਹਨ ਸੰਗਤਾਂ ਨੂੰ। ਸ਼੍ਰੀ ਅਰਜਨ ਪੁੰਨ ਧਨ ਜੀਨਾ। ਫਿਰ ਬਾਬਾ ਬੁੱਢਾ ਜੀ ਨੂੰ ਕੁਝ ਮਾਇਆ ਦਾ ਗੱਫਾ ਵੀ, ਜਿਵੇਂ ਮਰਜ਼ਾਦਾ ਹੈ ਅਰਦਾਸ ਕਰਾਣੀ, ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥ ਵਿੱਚ ਮਾਇਆ ਲੈ ਕੇ ਗਨ ਦੀਨਨ ਦਾਨ ਸੋ ਦੀਨਾ, ਉਹ ਗਰੀਬਾਂ ਲੋੜਵੰਦਾਂ 'ਚ ਵੰਡ ਦਿੱਤਾ ਹੈ। ਉਤਸਾਹ ਕੀਨ ਤਿਸ ਕਾਲਾ। ਔਰ ਬੜਾ ਭਾਰੀ ਉਤਸ਼ਾਹ, ਬਹੁਤ ਭਰੀ ਖੁਸ਼ੀ ਮਨਾਈ ਹੈ। ਅੱਜ ਸਾਧ ਸੰਗਤ ਜੀ, ਕਾਸ਼ ਸਿੱਖ ਵੀ ਇਦਾਂ ਆਪਣੇ ਬੱਚਿਆਂ ਨੂੰ ਗੁਰਬਾਣੀ ਪੜ੍ਹਾ ਕੇ ਖੁਸ਼ੀ ਮਨਾ ਰਹੇ ਨੇ। ਸਾਡੇ ਬੱਚੇ ਡਿਗਰੀਆਂ ਕਰਦੇ ਆ, ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਪਰ ਸਾਡੇ ਬੱਚੇ ਗੁਰਬਾਣੀ ਪੜ੍ਹਦੇ ਆ, ਸਾਨੂੰ ਉਹਦੀ ਕੋਈ ਖੁਸ਼ੀ ਕੋਈ ਨਹੀਂ, ਸ਼ੌਂਕ ਹੀ ਕੋਈ ਨਹੀਂ। ਇੱਕ ਗੱਲ ਯਾਦ ਰੱਖੋ, ਭਾਵੇਂ ਜਿੱਦੇ ਮਰਜ਼ੀ ਅਮੀਰ ਬਣ ਜਾਓ, ਡਾਕਟਰ ਬਣ ਜਾਓ, ਇੰਜੀਨੀਅਰ ਬਣ ਜਾਓ, ਵਕੀਲ ਬਣ ਜਾਓ, ਜੱਜ ਬਣ ਜਾਓ, ਵਪਾਰੀ ਬਣ ਜਾਓ, ਰਾਜਨੀਤਿਕ ਲੀਡਰ ਬਣ ਜਾਓ, ਜਿੰਨਾ ਚਿਰ ਸਿੱਖ ਨਹੀਂ ਨਾ ਬਣਦੇ, ਕੁਛ ਵੀ ਨਹੀਂ ਬਣੇ। ਤੇ ਸਿੱਖ ਬਣਨਾ ਸਿੱਖਣ ਨਾਲ। ਗੁਰਬਾਣੀ ਸਿੱਖੋ ਸੁਨੋ ਸੀਖ ਇਹ ਮੇਰੀ ਬਾਣੀ, ਪਠੋ ਸ਼ੁੱਧ ਗੁਰ ਕੇਰੀ। ਮਹਾਰਾਜ ਸਾਹਿਬ ਦਾ ਬਚਨ ਹੈ, ਸਿੱਖੋ ਇਹ ਮੇਰੀ ਸਿੱਖਿਆ, ਬਾਣੀ ਸ਼ੁੱਧ ਪੜਿਆ ਕਰੋ। ਐਵੇਂ ਹੀ ਬਸ ਕੋਈ ਪੰਕਤੀ ਕਿਤੋਂ ਸੁਣ ਲਈ, ਉਹ ਫਟਾਫਟ ਸੁਣਾ ਦਿੱਤੀ। ਕਈ ਵਾਰੀ ਦੇਖਿਆ ਵੀ ਬਹੁਤ ਜ਼ਿਆਦੀਆਂ ਗਲਤੀਆਂ ਅਸੀਂ ਕਰ ਜਾਂਦੇ ਹਾਂ। ਸੋ ਗੁਰਬਾਣੀ ਦੀ ਸੰਥਿਆ ਲੈਣੀ, ਜਿਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਹੋ ਕੇ ਵੀ ਸੰਥਿਆ ਲਈ ਹੈ। ਗੁਰੂ ਹਰਗੋਬਿੰਦ ਸਾਹਿਬ ਤੋਂ ਆਪਾਂ ਵੱਡੇ ਨਹੀਂ ਨਾ, ਉਹ ਸਤਿਗੁਰੂ, ਤੇ ਉਹਨਾਂ ਨੇ ਵੀ ਬਾਬਾ ਬੁੱਢਾ ਜੀ ਕੋਲੋਂ ਸੰਥਿਆ ਲਈ ਹੈ। ਤੇ ਅੱਜ ਕੱਲ੍ਹ ਕਈ ਪ੍ਰਚਾਰਕ ਕਹਿੰਦੇ ਜੀ ਸੰਥਿਆ ਦੀ ਲੋੜ ਹੀ ਕੋਈ ਨਹੀਂ, ਸੰਥਿਆ ਦੀ ਕੋਈ ਲੋੜ ਨਹੀਂ, ਆਪੇ ਹੀ ਪਾਠੀ ਬਣ ਜਾਂਦੇ। ਪਰ ਜਦੋਂ ਪਾਠ ਕਰਦੇ ਆ, ਰਹਿ ਰਾਸ ਦਾ ਜਪਜੀ ਸਾਹਿਬ ਬਣਾ ਦਿੰਦੇ ਆ, ਜਪਜੀ ਸਾਹਿਬ ਦੀ ਰਹਿ ਰਸ ਬਣਾ ਦਿੰਦੇ ਆ। ਉਹ ਵੇਖਿਆ ਹੀ ਆਪਾਂ ਕਈ ਵਾਰੀ, ਜਪਜੀ ਸਾਹਿਬ ਨੂੰ ਰਹਿ ਰਸ ਬਣਾ ਦਿੰਦੇ ਤੇ ਰਹਿ ਰਾਸ ਦੀ ਜਪਜੀ ਸਾਹਿਬ ਬਣਾ ਦਿੰਦੇ ਆ ਬਿਨਾਂ ਸੰਥਿਆ ਦੇ। ਸੋ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਸੰਥਿਆ ਲੈ ਰਹੇ ਨੇ, ਬਾਬਾ ਬੁੱਢਾ ਜੀ ਸੰਥਿਆ ਦੇ ਰਹੇ ਨੇ। ਗੁਰਬਾਣੀ ਦੀ ਸੰਥਿਆ ਸੰਪੂਰਨ ਹੋ ਕੇ ਗੁਰੂ ਅਰਜਨ ਦੇਵ ਜੀ ਸ਼ੁਕਰਾਨੇ ਵਜੋਂ ਬੜਾ ਵੱਡਾ ਲੰਗਰ ਵੀ ਕੀਤਾ ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵੀ ਵਰਤਾਈਆਂ ਨੇ। ਹਾਂਜੀ, ਗੁਰੂ ਘਰ ਦੇ ਵਿੱਚ ਖੁਸ਼ੀਆਂ, ਨਿੱਕੇ ਨਿੱਕੇ ਨਗਾਰੇ ਵੱਜ ਰਹੇ ਨੇ, ਜਿਨ੍ਹਾਂ ਨੂੰ ਲਘੂ ਦੁੰਦਬ ਛੋਟੇ ਨਗਾਰੇ ਕਹਿੰਦੇ ਨੇ। ਹਾਂਜੀ, ਔਰ ਨਫੀਰੀਆਂ ਵੱਜ ਰਹੀਆਂ ਨੇ ਖੁਸ਼ੀ ਦੇ ਵਿੱਚ, ਔਰ ਬੜੀਆਂ ਧੌਂਸੇ ਵੱਜ ਰਹੇ ਨੇ, ਕੀਰਤਨ ਹੋ ਰਿਹਾ ਹੈ, ਢੋਲ ਮ੍ਰਿਦੰਗ ਬਜੇ ਸਭ ਹੀ ਕਰ ਸਭ ਹੀ ਪੁਰ ਆਜ ਕੁਲਾਹਨ ਭਾਰੀ, ਗਾਵਤ ਗੀਤ ਬਜਾਵਤ ਤਾਲ ਦਿਵਾਵਤ ਆਵਤ ਨਾਗਰ ਗਾਰੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬੜਾ ਉਤਸ਼ਾਹ ਹੋ ਰਿਹਾ ਹੈ, ਖੁਸ਼ੀਆਂ ਹੀ ਖੁਸ਼ੀਆਂ ਹਨ। ਹਰਗੋਬਿੰਦ ਜੀ ਪ੍ਰਿਯ ਲਾਗੇ। ਸ੍ਰੀ ਹਰਗੋਬਿੰਦ ਜੀ ਬਾਬਾ ਬੁੱਢਾ ਜੀ ਨੂੰ ਵੀ ਬਹੁਤ ਪਿਆਰੇ ਲੱਗਦੇ ਹਨ। ਅਵਲੋਕਤ ਨਰ ਬੜ ਭਾਗੇ। ਤੇ ਸਾਰੀਆਂ ਸੰਗਤਾਂ ਵੀ ਉਹਨਾਂ ਨੂੰ ਦੇਖ ਕੇ ਪਿਆਰ ਕਰਦੀਆਂ ਹਨ। ਤਬ ਬੁੱਢਾ ਜੀ ਅਨੁਰਾਗੇ। ਬਾਬਾ ਬੁੱਢਾ ਜੀ ਨੇ ਦੇਖਿਆ ਮੇਰਾ ਵਿਦਿਆਰਥੀ, ਮੇਰਾ ਸਟੂਡੈਂਟ ਬਹੁਤ ਹੋਣਹਾਰ ਹੈ, ਬੜੀ ਰੁਚੀ ਨਾਲ ਪੜ੍ਹਦਾ। ਜੇ ਕੋਈ ਵਿਦਿਆਰਥੀ ਚੰਗਾ ਹੋਵੇ ਨਾ ਤੇ ਟੀਚਰ ਦਾ ਜੀ ਕਰਦਾ ਇਹਨੂੰ ਪੜ੍ਹਾਈਏ,
ਜੇ ਉਹ ਪੜ੍ਹਨ ਨੂੰ ਸ਼ੌਂਕ ਰੱਖਦਾ ਹੋਵੇ ਤੇ ਤੇਜ਼ ਬੁੱਧੀ ਵਾਲਾ ਹੋਵੇ ਤੇ ਫਿਰ ਵਿਦਿਆਰਥੀ ਨੂੰ ਵੇਖ ਕੇ ਉਸਤਾਦ ਦਾ ਮਨ ਖੁਸ਼ ਹੁੰਦਾ। ਬਾਬਾ ਬੁੱਢਾ ਸਾਹਿਬ ਜੀ ਬੜੇ ਖੁਸ਼ ਪ੍ਰਸੰਨ ਹੋਏ ਹਨ। ਔਰ ਬਿਸਰਿਓ ਸਭ ਬੈਰਾਗੇ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਬੜੇ ਪਿਆਰ ਵਿੱਚ ਆਏ ਹਨ। ਹਰ ਅੰਕ ਬਦਨ ਅਵਲੋਕੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦੀ 'ਚ ਲੈ ਲਿਆ, ਸਿਰ ਤੇ ਪਿਆਰ ਭਰਿਆ ਹੱਥ ਫੇਰਿਆ ਬਾਬਾ ਬੁੱਢਾ ਸਾਹਿਬ ਜੀ ਨੇ। ਮਨ ਪ੍ਰੇਮ ਰੁਕਤ ਨਹਿ ਰੋਕੇ, ਤੇ ਮਨ ਵਿੱਚ ਇਤਨਾ ਪਿਆਰ ਆਇਆ ਕਿ ਮਨ ਰੁਕਿਆ ਨਹੀਂ, ਜੀ ਕੀਤਾ ਵੀ ਹੁਣ ਸਾਰੀ ਵਿਦਿਆ ਇਹਨੂੰ ਦੇ ਦਈਏ, ਇਹ ਸਾਡੇ ਖਜ਼ਾਨੇ ਦਾ ਵਾਰਸ, ਅਸਲੀ ਵਾਰਸ ਹੈ। ਹਾਂਜੀ, ਔਰ ਹਿਤ ਕਰ ਸੁੰਗਤ ਮਾਥਾ, ਬੜੇ ਪਿਆਰ ਨਾਲ ਮੱਥਾ ਚੁੰਮਿਆ, ਸਿਰ ਤੇ ਹੱਥ ਰੱਖਿਆ ਬਾਬਾ ਬੁੱਢਾ ਸਾਹਿਬ ਜੀ ਨੇ। ਬਰ ਦੇਤ ਭਇਓ ਹਿਤ ਸਾਥਾ, ਤੇ ਸਾਰੀ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਜਿਹੜੀਆਂ ਬਾਬਾ ਬੁੱਢਾ ਜੀ ਨੂੰ ਮਿਲੀਆਂ ਸੀ, ਜਿਹਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬੁੱਢਿਆ ਤੇਰੀਆਂ ਅੱਖਾਂ ਤੋਂ ਮੈਂ ਓਹਲੇ ਨਹੀਂ ਹੋਣਾ, ਇਸ ਤੋਂ ਵੱਡੀ ਕਿਹੜੀ ਗੱਲ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਕਹਿ ਦੇਣ ਵੀ ਤੇਰੀ ਅੱਖਾਂ ਤੋਂ ਓਹਲੇ ਨਹੀਂ ਹੋਣਾ, ਹਰ ਵੇਲੇ ਤੇਰੇ ਸਾਹਮਣੇ ਖਜ਼ਾਨੇ ਖੋਲ ਕੇ ਰੱਖਾਂਗਾ, ਤੇ ਉਹ ਪਾਤਸ਼ਾਹ ਦੀਆਂ ਉਹ ਬਖਸ਼ਿਸ਼ਾਂ ਸਾਰੀਆਂ ਹੀ ਅੱਜ ਬਾਬਾ ਬੁੱਢਾ ਸਾਹਿਬ ਜੀ ਵਰਤਾਨ ਲੱਗੇ, ਗੁਰੂ ਹਰਗੋਬਿੰਦ ਸਾਹਿਬ ਨੂੰ ਦੇਣ ਲੱਗੇ। ਹਾਂਜੀ, ਵੱਡ ਵੀਰ ਕਸਹਾ ਕਟ ਭਾਥਾ, ਕਹਿਣ ਲੱਗੇ ਤੁਸੀਂ ਬੜੇ ਵੱਡੇ ਯੋਧੇ ਬਣਨਾ, ਤੁਸੀਂ ਬੜੇ ਸੂਰਮੇ ਬਣਨਾ, ਤੇ ਕਮਰ ਕਸਾ ਕੱਸ ਲਓ, ਤੇ ਹੁਣ ਤੁਹਾਨੂੰ ਸ਼ਸਤਰ ਵਿਦਿਆ ਸਿਖਾਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਕੱਲ ਕਈ ਪ੍ਰਚਾਰ ਕਰਦੇ, ਛੇਵੇਂ ਪਾਤਸ਼ਾਹ ਨੇ ਨਵਾਂ ਹੀ ਕੰਮ ਸ਼ੁਰੂ ਕਰਤਾ। ਸਾਧ ਸੰਗਤ ਜੀ, ਇਹ ਨਵਾਂ ਕੰਮ ਗੁਰੂ ਨਾਨਕ ਦੇ ਸਿੱਖ ਬਾਬਾ ਬੁੱਢਾ ਸਾਹਿਬ ਕੋਲੋਂ ਹੀ ਆਇਆ। ਗੁਰੂ ਨਾਨਕ ਤੋਂ ਵੱਖਰਾ ਨਹੀਂ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਕੁਝ। ਜੋ ਉੱਥੋਂ ਚੱਲੀ ਆ ਰਹੀ ਸੀ ਉਹੀ ਮਰਜ਼ਾਦਾ, ਉਹੀ ਸਾਰੀ ਗੱਲ ਛੇਵੇਂ ਪਾਤਸ਼ਾਹ ਮਹਾਰਾਜ ਨੇ ਸੰਭਾਲ ਲਈ ਹੈ। ਕੀ ਕਰਨ ਲੱਗੇ ਬਾਬਾ ਬੁੱਢਾ ਸਾਹਿਬ ਜੀ? ਕਹਿੰਦੇ ਸਾਹਿਬ ਜੀ ਹੁਣ ਤੁਸੀਂ ਯੋਧੇ ਬਣਨਾ, ਸੂਰਮੇ ਬਣਨਾ, ਤੇ ਕਮਰ ਕਸਾ ਲਾਓ ਹੁਣ ਜਰਾ। ਹਾਂਜੀ, ਕਰ ਖੜਗਤ ਲੋਖ ਦ੍ਰਿੜ ਹਾਥਾ, ਤੁਹਾਨੂੰ ਸ਼ਸਤਰ ਸਿਖਾਈਏ, ਢਾਲ ਤਲਵਾਰ ਸਿਖਾਈਏ, ਤੁਹਾਨੂੰ ਤੀਰ ਚਲਾਣੇ ਸਿਖਾਈਏ, ਤੁਹਾਨੂੰ ਬੰਦੂਕਾਂ ਚਲਾਣੀਆਂ ਸਿਖਾਈਏ, ਤੁਹਾਨੂੰ ਘੋੜਿਆਂ ਦੀ ਸਵਾਰੀ ਸਿਖਾਈਏ। ਹਾਂਜੀ, ਰਿਪ ਮਾਰੋ ਕਰ ਕਮਸਾਨਾ, ਮੈਦਾਨੇ ਜੰਗ ਵਿੱਚ ਵੈਰੀਆਂ ਦੇ ਦੰਦ ਕਿਵੇਂ ਖੱਟੇ ਕਰਨੇ, ਕਿਵੇਂ ਝਟਕਣਾ ਵੈਰੀਆਂ ਨੂੰ, ਇਹ ਤੁਹਾਨੂੰ ਸਿਖਾਈਏ। ਸਾਧ ਸੰਗਤ ਜੀ, ਅੱਜ ਕੱਲ ਇਦਾਂ ਪੇਸ਼ ਕਰਿਆ ਜਾ ਰਿਹਾ ਸਿੱਖੀ ਨੂੰ ਵੀ ਸਿੱਖ ਤਾਂ ਬੜੇ ਅੱਤਵਾਦੀ ਨੇ, ਸਿੱਖ ਤਾਂ ਬੜੇ ਕਾਤਲ ਨੇ। ਖਾਲਸਾ ਜੀ, ਇਹ ਨਹੀਂ ਹੈ ਗੱਲ। ਕਿਸੇ ਨੂੰ ਰਾਹ ਜਾਂਦਿਆਂ ਤੱਕ ਸਿੱਖ ਨਹੀਂ ਮਾਰਦਾ, ਕਿਸੇ ਗਰੀਬ ਨੂੰ ਤਾਂ ਨਹੀਂ ਮਾਰਨਾ, ਬਿਨਾਂ ਮਤਲਬ ਦੇ ਤਾਂ ਨਹੀਂ ਮਾਰਨਾ। ਹਾਂ, ਜਿਹੜਾ ਕੋਈ ਧਰਮ ਦਾ ਦੋਖੀ ਚੜ ਕੇ ਆਉਂਦਾ, ਜਿਹੜਾ ਕੋਈ ਦੁਸ਼ਟ ਹੈ, ਜ਼ਾਲਮ ਹੈ, ਪਾਪੀ ਹੈ, ਜਿਹੜਾ ਕਿਸੇ ਤਰ੍ਹਾਂ ਸਮਝਾਇਆ ਸਮਝਦਾ ਹੀ ਨਹੀਂ, ਉਹਦਾ ਫਿਰ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਉਹਦਾ ਫਿਰ ਡੰਡਾ ਪੀਰ ਹੈ। ਮਹਾਰਾਜ ਛੇਵੇਂ ਪਾਤਸ਼ਾਹ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਨੇ ਕਿ ਸਾਹਿਬ ਜੀ ਹੁਣ ਸ਼ਸਤਰ ਫੜ ਲਓ, ਤੁਹਾਡਾ ਸਮਾਂ ਇਹੋ ਜਿਹਾ ਆਣਾ, ਤੁਹਾਨੂੰ ਸ਼ਸਤਰ ਸਜਾਣੇ ਪੈਣੇ। ਹਾਂਜੀ, ਨਹ ਪ੍ਰਾਪਤ ਭਟ ਹੋਗਾ ਹੈ ਆਨਾ, ਹਾਂ, ਇਹੋ ਜਿਹਾ ਯੋਧਾ ਤੁਸੀਂ ਹੋਵੋਗੇ, ਤੁਹਾਡੇ ਵਰਗਾ ਕੋਈ ਯੋਧਾ ਦੁਨੀਆ ਤੇ ਨਹੀਂ ਹੋਵੇਗਾ, ਤੁਹਾਡੇ ਸਾਹਮਣੇ ਖੜਨ ਵਾਲਾ ਕੋਈ ਹੋਵੇਗਾ ਨਹੀਂ। ਪੰਜ ਪਿਆਲੇ ਪੰਜ ਪੀਰ ਛਕਨ, ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਿਵਗਾ। ਇਹ ਭਾਈ ਗੁਰਦਾਸ ਜੀ ਦੀ ਬਾਣੀ 'ਚ ਬਚਨ ਆਏ ਨੇ। ਬੜ ਜੋਧਾ, ਮਹਾਬਲੀ ਯੋਧੇ ਤੁਸੀਂ ਬਣਨਾ, ਸੂਰਮੇ ਬਣਨਾ, ਸ਼ਸਤਰਧਾਰੀ ਬਣਨਾ। ਹਾਂਜੀ, ਕਰ ਸੰਗਰ ਸ਼ਤਰਨ ਮਾਰੋ, ਤੁਸੀਂ ਸ਼ਸਤਰ ਫੜ ਕੇ ਜ਼ਾਲਮਾਂ ਨੂੰ ਸੋਧਣਾ, ਦੁਸ਼ਟਾਂ ਨੂੰ ਮਾਰਨਾ ਮੈਦਾਨੇ ਜੰਗ ਦੇ ਵਿੱਚ। ਜਿਹੜੇ ਧਰਮ ਦੇ ਦੋਖੀ ਹਨ, ਜਿਹੜੇ ਜ਼ਾਲਮ ਹਨ, ਜਿਹੜੇ ਗਊ ਗਰੀਬ ਦੇ ਉੱਤੇ ਜ਼ੁਲਮ ਕਰਦੇ ਨੇ, ਉਹਨਾਂ ਨਾਲ ਟੱਕਰ ਲੈਣੀ ਹੈ। ਤੁਸੀਂ ਗਰੀਬਾਂ ਦੀ ਬਾਂਹ ਫੜਨੀ ਹੈ, ਢਾਲ ਬਣਨਾ ਹੈ ਗਰੀਬਾਂ ਦੀ। ਹਾਂਜੀ, ਜਸ ਪਸਰਹ ਬਿਜੈ ਤੁਮਾਰੋ, ਤੁਹਾਡਾ ਜਸ ਪਸਰੇਗਾ, ਤੁਹਾਡੀ ਜੈ ਜੈਕਾਰ ਹੋਵੇਗੀ, ਹਰ ਮੈਦਾਨ ਤੁਹਾਡੀ ਜਿੱਤ ਹੋਵੇਗੀ, ਤੁਹਾਨੂੰ ਕੋਈ ਹਰਾ ਨਹੀਂ ਸਕੇਗਾ ਦੁਨੀਆ ਵਿੱਚ। ਬਾਬਾ ਬੁੱਢਾ ਜੀ ਵਰ ਦੇ ਰਹੇ ਨੇ। ਹਾਂਜੀ, ਬਲ ਅਤੁਲਤ ਬਾਹੂ ਵਿਸਾਲਾ, ਤੁਹਾਡਾ ਬਾਹੂ ਬਲ ਅਤੁੱਲ ਹੋਵੇਗਾ, ਦੁਨੀਆ ਵਿੱਚ ਤੁਹਾਡੇ ਬਾਹੂ ਬਲ ਦਾ ਕੋਈ ਸ਼ਾਨੀ ਨਹੀਂ ਹੋਵੇਗਾ, ਕੋਈ ਤੁਹਾਡੇ ਸਾਹਮਣੇ ਖੜ ਨਹੀਂ ਸਕੇਗਾ। ਹਾਂਜੀ, ਕੋਈ ਦੀਰਘ ਡੀਲ ਕਿਰਪਾਲਾ, ਤੁਹਾਡੀ ਡੀਲ ਡੋਲ ਹੀ ਏਡੀ ਹੋਵੇਗੀ। ਸਾਧ ਸੰਗਤ ਜੀ, ਪਿੰਡ ਘੁੜਾਣੀ ਕਲਾਂ ਦੁਰਾਏ ਦੇ ਲਾਗੇ ਹੈ, ਕਦੀ ਜਾਓ, ਉੱਥੇ ਸਤਿ ਪਾਤਸ਼ਾਹ ਦਾ ਚੋਲਾ ਪਿਆ ਹੈ। ਘੁੜਾਣੀ ਕਲਾਂ ਦੁਰਾਏ ਦੇ ਲਾਗੇ ਹੈ, ਮੇਰਾ ਖਿਆਲ ਲੁਧਿਆਣਾ ਜ਼ਿਲ੍ਹਾ ਹੀ ਪੈਂਦਾ ਉਹ। ਉੱਥੇ ਤੁਸੀਂ ਜਾਓ ਕਦੀ,
ਉੱਥੇ ਘੁੜਾਣੀ ਦੇ ਚੋਲੇ ਦੇ ਦਰਸ਼ਨ ਕਰੋ ਮਹਾਰਾਜ ਦੇ 6ਵੇਂ ਪਾਤਸ਼ਾਹ। ਆ ਚੰਗੇ ਭਲੇ ਦਰਵਾਜ਼ੇ ਚੋਂ ਨਹੀਂ ਲੰਘ ਸਕਦੇ, ਏਡੇ ਜਵਾਨ ਮਹਾਰਾਜ ਸੀ। ਇੰਨੀ ਚੌੜੀ ਛਾਤੀ, ਬਾਹੋ ਵਿਸਾਲਾ, ਬੜਾ ਉੱਚਾ ਲੰਮਾ ਬਲੀ ਕੱਦ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਵਰ ਦੇ ਰਹੇ ਨੇ। ਕਹਿੰਦੇ ਤੁਹਾਡੇ ਵਰਗਾ ਨਾ ਕੋਈ ਸਰੀਰਕ ਤੌਰ ਤੇ ਬਲੀ ਹੋਵੇਗਾ, ਨਾ ਤੁਹਾਡੇ ਵਰਗਾ ਆਤਮਿਕ ਤੌਰ ਤੇ ਕੋਈ ਬਲੀ ਹੋਵੇਗਾ। ਤੁਸੀਂ ਦੋਵਾਂ ਤਾਕਤਾਂ ਦੇ ਮਾਲਕ, ਰੂਹਾਨੀ ਔਰ ਜਿਸਮਾਨੀ, ਇਹ ਦੋ ਹੀ ਤਾਕਤਾਂ ਚਾਹੀਦੀਆਂ ਹੁੰਦੀਆਂ। ਸਰੀਰਕ ਤਾਕਤ ਵੀ ਤੁਹਾਡੇ ਵਰਗੀ ਕਿਸੇ 'ਚ ਨਹੀਂ ਹੋਵੇਗੀ। ਉੱਤੋਂ ਮਾਰ ਕੇ ਤਲਵਾਰ ਸੱਚੇ ਪਾਤਸ਼ਾਹ ਜਵਾਨ ਨੂੰ ਵੱਢ ਦਿੰਦੇ, ਚੀਰ ਦਿੰਦੇ ਨੇ। ਘੋੜੇ ਦੀ ਕਾਠੀ ਨੂੰ ਝਟਕਾ ਕੇ ਤੇ ਘੋੜੇ ਨੂੰ ਵੱਢ ਕੇ ਤਲਵਾਰ ਧਰਤੀ ਤੱਕ ਲੰਘ ਜਾਂਦੀ ਹੈ। ਇਹ ਬਲ ਮਹਾਰਾਜ 6ਵੇਂ ਪਾਤਸ਼ਾਹ ਦਾ ਹੀ ਹੈ। ਪੈਂਦੇ ਖਾਂ ਵਰਗੇ, ਕਾਬਲ ਵੇਗ ਵਰਗੇ ਐਡੇ ਐਡੇ ਜਵਾਨ ਇਤਿਹਾਸ 'ਚ ਕਥਾ ਹੋਣੀ ਹੈ ਵੀ ਜਿਹੜੇ ਦੌੜਦੇ ਘੋੜਿਆਂ ਨੂੰ ਪੈਰਾਂ ਤੋਂ ਫੜ ਕੇ ਰੋਕ ਦਿੰਦੇ ਸੀ। ਇੰਨੇ ਬਲੀ ਸਨ ਜਿਹੜੇ ਹੱਥ ਦੇ ਉੱਤੇ ਰੱਖ ਕੇ ਰੁਪਈਆ ਦੇ ਇੱਦਾਂ ਮਸਲ ਕੇ ਉਹਦੇ ਅੱਖਰ ਮਿਟਾ ਦਿੰਦੇ ਸੀ, ਜਿਹੜੇ ਢਾਲ ਨੂੰ ਕਾਗਜ਼ ਤਰ੍ਹਾਂ ਚੀਰ ਦਿੰਦੇ ਸੀ, ਜਿਹੜੇ ਦੋ ਮਹੀਆਂ ਨੂੰ ਝੋਟਿਆਂ ਨੂੰ ਭਿੜਦਿਆਂ ਸਿੰਘਾਂ ਤੋਂ ਫੜ ਕੇ ਪਿਛਾਂ ਹਟਾ ਦਿੰਦੇ ਸੀ। ਗੁਰੂ ਹਰਗੋਬਿੰਦ ਸਾਹਿਬ ਦੀ ਉਹ ਝਾਲ ਨਹੀਂ ਚੱਲ ਸਕੇ। ਹਾਂਜੀ, ਜੈਸੇ ਰਾਮਚੰਦ ਪ੍ਰਕਾਸ਼ਕ, ਜਿਵੇਂ ਸ੍ਰੀ ਰਾਮਚੰਦਰ ਜੀ ਨੇ ਆਪਣੇ ਗੁਰੂ ਵਿਸ਼ਵਾਮਿੱਤਰ ਕੋਲੋਂ ਵਿੱਦਿਆ ਲਈ ਸੀ ਤੇ ਵਿਸ਼ਵਾਮਿੱਤਰ ਨੇ ਖੁਸ਼ ਹੋ ਕੇ ਰਾਮਚੰਦਰ ਨੂੰ ਸਾਰੀ ਵਿੱਦਿਆ, ਜਿੰਨੀ ਵੀ ਸ਼ਸਤਰ ਵਿੱਦਿਆ ਸੀ, ਉਹ ਸਾਰੀ ਸਿਖਾ ਦਿੱਤੀ ਸੀ। ਹਾਂਜੀ, ਹੋਏ ਕੈ ਪ੍ਰਸੰਨ ਮਨ ਵਿੱਦਿਆ ਸਿਖਰਾਏ ਕੈ। ਏਦਾਂ ਬਾਬਾ ਬੁੱਢਾ ਸਾਹਿਬ ਜੀ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਆਪਣੇ ਵਿਦਿਆਰਥੀ ਗੁਰੂ ਹਰਗੋਬਿੰਦ ਸਾਹਿਬ ਨੂੰ ਵਿੱਦਿਆ ਸਿਖਾਉਣ ਲੱਗੇ। ਹਾਂਜੀ, ਦੀਨੇ ਬਰ ਔਰ ਸਭ ਮੰਤਰ ਸਰਮਾਰ, ਜਿਵੇਂ ਵਿਸ਼ਵਾਮਿੱਤਰ ਨੇ ਸ੍ਰੀ ਰਾਮਚੰਦਰ ਨੂੰ ਮੰਤਰ ਵੀ ਸਿਖਾਏ, ਵੇਦ ਸ਼ਾਸਤਰ ਵੀ ਪੜ੍ਹਾਏ, ਸ਼ਸਤਰ ਵਿੱਦਿਆ ਤੀਰਅੰਦਾਜ਼ੀ ਵੀ ਸਿਖਾਈ, ਸਾਰੇ ਗੁਪਤ ਮੰਤਰ ਵੀ ਦਿੱਤੇ ਵੀ ਸ਼ਸਤਰ ਕਿੱਦਾਂ ਚਲਾਈਦੇ ਨੇ, ਬ੍ਰਹਮ ਅਸਤਰ ਕਿੱਦਾਂ ਚਲਾਈਦੇ ਨੇ, ਅਗਨੀ ਅਸਤਰ ਕਿੱਦਾਂ ਚਲਾਈਦੇ ਨੇ, ਤੀਰ ਕਿੱਦਾਂ ਚਲਾਈਦੇ, ਢਾਲ ਤਲਵਾਰ ਕਿੱਦਾਂ ਚਲਾਈਦੀ ਹੈ, ਜੰਗ ਦੇ ਸਾਰੇ ਪੈਂਤੜੇ। ਕਿਉਂਕਿ ਵਿਸ਼ਵਾਮਿੱਤਰ ਬ੍ਰਾਹਮਣ ਨਹੀਂ ਸੀ, ਉਹ ਛਤਰੀ ਸੀਗਾ। ਛਤਰੀ ਵੰਸ਼ ਦਾ ਉਹ ਇੱਕ ਰਾਜਾ, ਰਾਜ ਭਾਗ ਛੱਡ ਕੇ ਰਿਸ਼ੀ ਬਣਿਆ ਸੀ। ਇਸ ਕਰਕੇ ਉਹਨੂੰ ਕੌਸ਼ਿਕ ਕਹਿੰਦੇ ਨੇ, ਜਿਹੜਾ ਕਿ ਛਤਰੀ ਪ੍ਰਵਿਰਤੀ ਦਾ ਸੂਰਮਾ ਰਿਸ਼ੀ ਸੀਗਾ। ਉਹਨੇ ਵਿੱਦਿਆ ਸਿਖਾਈ ਸ੍ਰੀ ਰਾਮਚੰਦਰ ਨੂੰ। ਹਾਂਜੀ, ਅਖਲ ਪੜਾਏ ਤਤਕਾਲ ਚਿਤ ਚਾਏ, ਕਹਿੰਦੇ ਸਾਰੇ ਗ੍ਰੰਥ ਪੜ੍ਹਾਏ, ਸਾਰੀ ਧਨੁਰ ਵਿੱਦਿਆ, ਧਨੁਰ ਵੇਦ ਇੱਕ ਐਸਾ ਵੇਦ ਹੈ ਜਿਹਦੇ ਵਿੱਚ ਸ਼ਸਤਰ ਵਿੱਦਿਆ ਦੇ ਬਾਰੇ ਹੀ ਦੱਸਿਆ ਹੋਇਆ, ਉਹ ਸਾਰੀ ਵਿੱਦਿਆ ਪੜ੍ਹਾਈ ਸੀ। ਤੈਸੇ ਹਰ ਗੋਬਿੰਦ ਬਿਲੰਦ ਵਿੱਦਿਆ, ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਵਿੱਦਿਆ ਪੜ੍ਹਾ ਰਹੇ ਨੇ। ਸਭ ਔਰ ਵਰ ਕਹੇ ਔਰ ਪ੍ਰੇਮ ਉਮਗਾਏ, ਔਰ ਨਾਲ ਸਾਰੇ ਵਰ ਵੀ ਦੇ ਰਹੇ ਨੇ, ਖੁਸ਼ੀ ਵਿੱਚ ਸਿਖਾ ਰਹੇ ਨੇ ਵਿੱਦਿਆ, ਪੂਰਨ ਪ੍ਰਸੰਨ ਹੋ ਕੇ ਵਿੱਦਿਆ ਦੇ ਰਹੇ ਨੇ। ਬੁੱਢੇ ਹੋਏ ਪ੍ਰਸੰਨ ਸਭ ਆਸ਼ਿਕ ਬਖਾਨੀ ਧਨ, ਬਾਬਾ ਬੁੱਢਾ ਸਾਹਿਬ ਜੀ ਪ੍ਰਸੰਨ ਹੋ ਕੇ ਅਸੀਸਾਂ ਦੇ ਰਹੇ ਨੇ। ਭਏ ਉਤਸਾਹ ਚਾਹੂ ਦੇਸ਼ ਰਹੇ ਸ਼ਾਇ ਕੈ, ਕਹਿੰਦੇ ਤੁਹਾਡਾ ਜਸ ਸਾਰੇ ਪਾਸੇ ਛਾਏਗਾ, ਤੁਹਾਡਾ ਪ੍ਰਤਾਪ ਸਾਰੀ ਦੁਨੀਆ ਤੇ ਹੋਵੇਗਾ। ਹਾਂਜੀ, ਦੋਹਰਾ ਵਿਦਿਆ ਦਈ ਸਿਖਾਏ ਸ਼ੁਭ ਬਾਨ ਸ਼ੁਭ, ਵਿਦਿਆ ਦਈ ਸਿਖਾਏ ਸੁਭ, ਸਾਰੀ ਸੁਭ ਵਿਦਿਆ ਜਿਹੜੀ ਸਾਰੇ ਸ਼ਸਤਰ ਵਿਦਿਆ ਦੀ ਵੀ, ਗੁਰਬਾਣੀ ਦੀ ਵੀ, ਉਹ ਸਾਰੀ ਸਿਖਾਈ ਹੈ। ਬਾਣੀ ਪੜਵੇ ਕੇਰ, ਬਾਣੀ ਸਾਰੀ ਸ਼ੁੱਧ ਪੜ੍ਹਨੀ ਸਿਖਾਈ ਹੈ। ਵਾਚਕ ਹੋਏ ਸਖਲ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਤੁਰਕੀ ਬਾਣੀ ਦੇ ਸ਼ੁੱਧ ਪਾਠੀ ਗੁਰੂ ਹਰਗੋਬਿੰਦ ਸਾਹਿਬ ਜੀ ਬਣ ਗਏ। ਪੜਤ ਨ ਲਾਵਤ ਦੇਰ, ਹੋਰ ਵੀ ਸਾਰੇ ਗ੍ਰੰਥ ਪੜ੍ਹ ਲਏ ਤੇ ਉਹ ਪੜ੍ਹਦਿਆਂ ਦੇਰ ਨਹੀਂ ਲਾਉਂਦੇ। ਸ਼ਸਤਰ ਕੀ ਵਿਦਿਆ ਮਹਾ, ਹੁਣ ਸ਼ਸਤਰ ਵਿੱਦਿਆ ਬੜੀ ਵੱਡੀ ਵਿੱਦਿਆ ਹੈ ਸਾਧ ਸੰਗਤ ਜੀ। ਸ਼ਸਤਰ ਵਿੱਦਿਆ ਅੱਜ ਕੱਲ੍ਹ ਤਾਂ ਮਾੜਾ ਮੋਟਾ ਗੱਤਕਾ ਹੀ ਸਾਡੇ ਕੋਲ ਰਹਿ ਗਿਆ, ਉਹ ਵੀ ਅੱਜ ਜਿਹੜੇ ਆ ਗੱਤਕੇ ਵਾਲੇ ਸਾਡੇ ਵੀਰ ਹਨ, ਕਈ ਸਟੇਜਾਂ ਤੇ ਖੇਡ ਕੇ ਉਹਨੂੰ ਸਟੰਟਬਾਜ਼ੀ ਜੀ ਬਣਾ ਦਿੰਦੇ ਆ, ਫਿਰ ਟਿਊਬਾਂ ਹੀ ਖਾਈ ਜਾਂਦੇ ਆ, ਕੋਈ ਹੋਰ ਮੂੰਹ 'ਚ ਅੱਗ ਬਾਲ ਕੇ ਵਿਖਾਈ ਜਾਂਦੇ ਆ। ਇੰਨੀ ਵਿੱਦਿਆ ਨਹੀਂ, ਵਿੱਦਿਆ ਬਹੁਤ ਡੂੰਘੀ ਸੀ ਜਿਹੜੀ ਸ਼ਸਤਰ ਵਿੱਦਿਆ ਸੀ। ਬਾਬਾ ਬੁੱਢਾ ਸਾਹਿਬ ਜੀ ਉਹ ਵਿੱਦਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਉਣ ਲੱਗੇ। ਹਾਂਜੀ, ਤਿਸ ਕੋ ਵਰ ਦੇ ਦੀਨ, ਉਹਦਾ ਵਰ ਵੀ ਦਿੱਤਾ ਹੈ, ਖੁਸ਼ੀ ਵਿੱਚ ਆ ਕੇ ਕਹਿੰਦੇ ਵਿੱਦਿਆ ਤੁਹਾਨੂੰ ਸਾਰੀ ਆਵੇਗੀ, ਤੁਸੀਂ ਸ਼ਸਤਰ ਵਿੱਦਿਆ ਦੇ ਲਾਸ਼ਾਨੀ ਵਿਦਵਾਨ ਹੋਵੋਗੇ, ਲਾਸ਼ਾਨੀ ਯੋਧੇ ਹੋਵੋਗੇ। ਹਾਂਜੀ, ਬਾਣ ਪ੍ਰਹਾਰਨ ਅਨੇਕ ਵਿਦ, ਅਨੇਕਾਂ ਪ੍ਰਕਾਰ ਨਾਲ ਤੀਰ ਚਲਾਣੇ, ਸੱਜੇ ਖੱਬੇ ਅੱਗੇ ਪਿੱਛੇ ਤੀਰਾਂ ਦੀ ਵਰਖਾ ਕਰਨੀ, ਤੀਰ ਹਨੇਰੇ ਵਿੱਚ ਚਲਾਣਾ, ਦਿਖਦਾ ਨਹੀਂ, ਆਵਾਜ਼ ਆਈ ਹੈ ਉੱਥੇ ਤੀਰ ਮਾਰਨਾ,
ਸ਼ਬਦ ਬੇਦੀ ਬਾਣ ਜਿਹਨੂੰ ਕਹਿੰਦੇ ਆ, ਇਹੋ ਜਿਹੇ ਤੀਰ ਚਲਾਉਣ ਦੀ ਵਿਦਿਆ ਬਾਬਾ ਬੁੱਢਾ ਜੀ ਸਿਖਾ ਰਹੇ ਆ। ਹਾਂਜੀ। ਤਨੁਖ ਪਰਵੀਨ ਔਰ ਚਿੱਲਾ ਚਾੜ ਕੇ ਕੰਨਾਂ ਨਾਲ ਖਿੱਚਣਾ। ਅੱਜ ਕੱਲ ਤਾਂ ਤੀਰ ਕਮਾਨ ਉਹੋ ਜਿਹੇ ਰਹੇ ਨਹੀਂ। 9-9 ਟੰਕੇ ਧਨਕ ਸੀਗੇ ਜਿਨ੍ਹਾਂ ਦੇ ਵਿੱਚ 2 ਕੁਆਂਟਲ ਤੋਂ ਉੱਤੇ 2.25 ਕੁਆਂਟਲ ਵਜਨ ਪਾਈਏ ਤਾਂ ਉਹ ਮਾੜਾ ਜਿਹਾ ਲਿਖਦਾ। ਇੰਨੇ ਭਾਰੀ ਧਨਕ ਮਹਾਰਾਜ ਛੇਵੇਂ ਪਾਤਸ਼ਾਹ ਚਲਾਉਂਦੇ ਸੀ। ਉਹਨਾਂ ਨੂੰ ਕੰਨਾਂ ਲਈ ਖਿੱਚ ਕੇ ਤੀਰ ਕਿਵੇਂ ਛੱਡਣਾ ਹੈ, ਨਿਸ਼ਾਨਾ ਕਿਵੇਂ ਲਾਣਾ ਹੈ, ਚੁਟਕੀ 'ਚ ਕਿਵੇਂ ਚਿੱਲੇ ਨੂੰ ਫੜਨਾ ਹੈ, ਗੋਸ਼ਾ ਕਿਵੇਂ ਕਮਾਨ ਦਾ ਸਾਂਭਣਾ ਹੈ, ਮੁਖੀ ਦਾ ਨਿਸ਼ਾਨਾ ਕਿੱਥੇ ਟਿਕਾਣਾ ਹੈ, ਇਹ ਸਾਰੀ ਗੱਲ ਬਾਬਾ ਬੁੱਢਾ ਜੀ ਸਿਖਾ ਰਹੇ ਆ। ਹਾਂਜੀ। ਖੜਗ ਪ੍ਰਹਾਰ ਨਿਸ ਪਾਰਗ ਹੈ। ਫਿਰ ਢਾਲ ਤੇ ਤਲਵਾਰ ਲੈ ਕੇ ਦੁਸ਼ਮਣ ਦਾ ਮੁਕਾਬਲਾ ਕਿਵੇਂ ਕਰਨਾ, ਕੱਲਿਆਂ ਨੇ 10, 20, 50 ਦਾ ਮੁਕਾਬਲਾ ਕਿਵੇਂ ਕਰਨਾ, ਢਾਲ ਦੇ ਉੱਤੇ ਵਾਰ ਰੋਕਣਾ ਕਿਵੇਂ ਹੈ, ਢਾਲ ਤੇ ਵਾਰ ਰੋਕ ਕੇ ਦੁਸ਼ਮਣ ਦੇ ਵਾਰ ਕਰਨਾ ਕਿਵੇਂ ਹੈ, ਇਹ ਵਿਦਿਆ ਬਾਬਾ ਬੁੱਢਾ ਜੀ ਸਿਖਾ ਰਹੇ ਆ। ਹਾਂਜੀ। ਤਨ ਬਚਾਏ ਕਰ ਦਾਵ, ਆਪਣਾ ਸਰੀਰ ਬਚਾਉਣਾ ਕਿਵੇਂ ਹੈ, ਦਾਅ ਮਾਰਨਾ ਕਿਵੇਂ ਹੈ, ਇਹ ਸਾਰੀਆਂ ਗੱਲਾਂ ਪੈਂਤੜੇ ਜਿਹੜੇ ਪੈਰ ਦੇ ਹਨ ਉਹ ਬਾਬਾ ਬੁੱਢਾ ਜੀ ਸਿਖਾਉਂਦੇ ਹਨ। ਹਾਂਜੀ। ਇਤ ਉਤ ਹੋਵਨ ਸਮੁਖ ਮੋਰ, ਇੱਧਰ ਉੱਧਰ ਸੱਜੇ ਖੱਬੇ ਅੱਗੇ ਪਿੱਛੇ ਹੋ ਕੇ ਵਾਰ ਕਰਨੇ ਕਿਵੇਂ ਨੇ, ਰੋਕਣੇ ਕਿਵੇਂ ਨੇ, ਮਾਰਨਾ ਕਿਵੇਂ ਹੈ, ਇਹ ਸਭ ਚੀਜ਼ ਬਾਬਾ ਬੁੱਢਾ ਜੀ ਸਿਖਾ ਰਹੇ ਆ। ਹਾਂਜੀ। ਗਨ ਸ਼ਤਰਨ ਕਰ ਆਵ, ਆ ਵੈਰੀਆਂ ਨੂੰ, ਸ਼ਤਰੂਆਂ ਨੂੰ ਜੰਗ ਦੇ ਮੈਦਾਨ ਵਿੱਚ ਕਿਸ ਤਰ੍ਹਾਂ ਲਤਾੜਨਾ ਹੈ। ਹਾਂਜੀ। ਸਵਈਆ ਹੋਨ ਮਹਾ ਅਸਵਾਰ ਤੁਰੰਗਮ, ਔਰ ਘੋੜਿਆਂ ਤੇ ਸਵਾਰ ਕਿਵੇਂ ਹੋਣਾ, ਮਾਰ ਕੇ ਪਲਾਕੀ ਘੋੜੇ ਤੇ ਸਵਾਰ ਕਿਵੇਂ ਹੋਣਾ ਹੈ। ਤੀਰਗ ਸ਼ਾਲ ਖੁਦਾਏ ਭਜਾਵੈ, ਔਰ ਘੋੜੇ ਕੋਲੋਂ ਲੰਮੀਆਂ ਛਾਲਾਂ ਕਿਵੇਂ ਮਰਵਾਣੀਆਂ ਨੇ। ਜੇ ਕੋਈ ਘੋੜੇ ਦੇ ਅੱਗੇ ਛੋਟੀ ਮੋਟੀ ਕੋਈ ਨਦੀ ਆ ਗਈ ਹੈ, ਕੋਈ ਚੋਆ ਆ ਗਿਆ, ਕੋਈ ਸੂਆ ਆ ਗਿਆ, ਉਹਦੇ ਤੋਂ ਕਿਵੇਂ ਟਪਾਣਾ, ਜੇ ਕੋਈ ਦੀਵਾਰ ਕੰਧ ਟਪਾਣੀ ਤੇ ਘੋੜੇ ਤੋਂ ਕਿਵੇਂ ਟਪਾਣੀ ਹੈ, ਇਹ ਗੱਲਾਂ ਬਾਬਾ ਬੁੱਢਾ ਜੀ ਦੱਸਦੇ ਹਨ। ਹਾਂਜੀ। ਫੇਰਨ ਮੰਡਲ ਕੇਰ ਫਰਮਾਵਨ, ਘੋੜੇ ਨੂੰ ਗੋਲ ਕਿਵੇਂ ਘੁਮਾਣਾ, ਦੌੜਦੇ ਦੌੜਦੇ ਘੋੜੇ ਨੂੰ ਮੋੜਨਾ ਕਿਵੇਂ ਇੱਕਦਮ, ਇਹ ਸਾਰੀਆਂ ਵਿਦਿਆ ਬਾਬਾ ਜੀ ਘੋੜਸਵਾਰੀ ਦੀਆਂ ਦੱਸਦੇ ਹਨ। ਲੈ ਬਰਸ਼ਾ ਅਰ ਔਰ ਚਲਾਵੈ, ਹੱਥ ਵਿੱਚ ਬਰਛਾ ਫੜ ਕੇ ਦੁਸ਼ਮਣ ਦੇ ਵੱਲ ਘੋੜਾ ਦੜਾ ਕੇ ਜਾਣਾ। ਨੇਜਾਬਾਜੀ ਜਿਵੇਂ ਕਰਦੇ ਨੇ ਨਿਹੰਗ ਸਿੰਘ ਹੋਲੇ ਮਹੱਲੇ ਤੇ ਤੁਸੀਂ ਦੇਖਿਆ, ਹੱਥ ਵਿੱਚ ਬਰਛਾ, ਘੋੜਾ ਦੌੜਦਾ ਆ ਰਿਹਾ ਤੇ ਨਿਸ਼ਾਨਾ ਲਾ ਕੇ ਕੁੱਟ ਕੇ ਲੈ ਜਾਣਾ। ਇਹਦਾ ਦੁਸ਼ਮਣ ਦੀ ਛਾਤੀ ਦੇ ਵਿੱਚ ਕਿਵੇਂ ਬਰਛਾ ਮਾਰਨਾ, ਦੁਸ਼ਮਣ ਨੂੰ ਚਲਦੇ ਘੋੜੇ ਤੋਂ ਵਗਾ ਕੇ ਬਰਛਾ ਕਿਵੇਂ ਮਾਰਨਾ, ਤੇ ਚਲਦੇ ਘੋੜੇ ਤੋਂ ਤੀਰ ਕਿਵੇਂ ਚਲਾਉਣਾ, ਚਲਦੇ ਘੋੜੇ ਤੋਂ ਗੋਲੀ ਨਾਲ ਨਿਸ਼ਾਨਾ ਕਿਵੇਂ ਲਾਉਣਾ, ਚਲਦੇ ਘੋੜੇ ਦੇ ਦੁਸ਼ਮਣ ਦੀ ਆ ਰਹੀ ਗੋਲੀ ਤੇ ਤੀਰ ਤੋਂ ਬਚਣਾ ਕਿਵੇਂ, ਇਹ ਸਾਰੀਆਂ ਗੱਲਾਂ ਬਾਬਾ ਬੁੱਢਾ ਜੀ ਸਮਝਾਉਂਦੇ ਆ। ਹਾਂਜੀ। ਹਾਥ ਤਫੰਗ ਗਹਿ ਕਰ ਤਿਆਰ, ਹੱਥ ਵਿੱਚ ਬੰਦੂਕ ਭਰਨੀ ਕਿਵੇਂ ਹੈ ਤੇ ਨਿਸ਼ਾਨਾ ਕਿਵੇਂ ਲਾਣਾ ਹੈ, ਉਹਨੂੰ ਕਿਵੇਂ ਸਿਸਤ ਲਾਣੀ ਹੈ। ਹਾਂਜੀ। ਬਲਾਵਤ ਜਾਤ ਛੁਟੇ ਰਿਪ ਘਾਵੈ, ਘੋੜਾ ਦੌੜਦਾ ਹੈ, ਉੱਤੇ ਬੰਦੂਕ ਫੜ ਕੇ ਨਿਸ਼ਾਨਾ ਲਾਣਾ। ਆਪਣਾ ਘੋੜਾ ਦੌੜ ਰਿਹਾ ਤੇ ਦੁਸ਼ਮਣ ਦੇ ਉੱਤੇ ਨਿਸ਼ਾਨਾ ਲਾਣਾ ਕਿਵੇਂ ਲਾਣਾ ਦੌੜਦੇ ਘੋੜੇ ਤੋਂ, ਇਹ ਗੱਲਾਂ ਬਾਬਾ ਬੁੱਢਾ ਜੀ ਸਿਖਾਉਂਦੇ ਆ। ਹਾਂਜੀ। ਔਰ ਜਿਤੇ ਇਤਿਆਦਿਕ ਜੋ ਇਸ ਤਰ੍ਹਾਂ ਜਿਹੜੇ ਬੇਅੰਤ ਸ਼ਸਤਰ ਵਿਦਿਆ ਦੇ ਕੌਤਕ ਹਨ, ਸ਼ਸਤਰ ਵਿਦਿਆ ਦੇ ਤਰੀਕੇ ਹਨ, ਬਾਬਾ ਬੁੱਢਾ ਜੀ ਉਹ ਵਰ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾ ਰਹੇ ਹਨ। ਹਾਂਜੀ। ਦੇਤ ਭਇਓ ਸ ਕਰੇ ਬਿਨ ਆਵੈ, ਬਾਬਾ ਬੁੱਢਾ ਜੀ ਸਿਖਾ ਰਹੇ ਤੇ ਗੁਰੂ ਹਰਗੋਬਿੰਦ ਸਾਹਿਬ ਸਿੱਖ ਰਹੇ ਆ ਤੇ ਬਿਨਾਂ ਦੇਰੀ ਦੇ ਸਿੱਖ ਰਹੇ ਆ। ਜਿਹੜੀ ਗੱਲ ਇੱਕ ਵਾਰੀ ਬਾਬਾ ਬੁੱਢਾ ਜੀ ਕਹਿ ਦਿੰਦੇ ਆ, ਗੁਰੂ ਹਰਗੋਬਿੰਦ ਸਾਹਿਬ ਨੂੰ ਦੁਬਾਰਾ ਨਹੀਂ ਕਹਾਣੀ ਪੈਂਦੀ, ਉਹ ਉਸੇ ਵੇਲੇ ਕਰਕੇ ਵਿਖਾ ਦਿੰਦੇ। ਹਾਂਜੀ। ਤੇ ਉਸ ਪ੍ਰਤੀ ਹਰ ਗੋਬਿੰਦ ਚੰਦ, ਦਿਨੋਂ ਦਿਨ ਸ੍ਰੀ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੱਡੇ ਹੋ ਰਹੇ ਨੇ। ਹੁਣ ਲਗਭਗ ਉਹਨਾਂ ਦੀ ਉਮਰ 8-9 ਸਾਲਾਂ ਦੀ ਹੋ ਗਈ। 8-9 ਸਾਲਾਂ ਦੇ ਵੀ ਇੰਜ ਲੱਗਦੇ ਸੀ ਜਿਵੇਂ 14-15 ਸਾਲਾਂ ਦੇ ਹੋਣ। ਹਾਂਜੀ। ਬਿਲੰਦ ਸਰੀਰ ਆਨੰਦ ਵਰਧਾਵੈ, ਸਰੀਰ ਤੇ ਕੱਦ ਕਾਠ ਬੜਾ ਸੀਗਾ, ਦਿਨੋਂ ਦਿਨ ਵੱਧਦੇ ਜਾ ਰਹੇ, ਸੋਹਣੇ ਸੁਨੱਖੇ, ਬੜਾ ਸਰੀਰ ਦਾ ਅੰਗ ਅੰਗ ਜਿਹੜਾ ਸੀ ਕਮਾਇਆ ਹੋਇਆ, ਬੜੇ ਸੁੰਦਰ ਸਰੂਪ ਸਨ ਮਹਾਰਾਜ ਛੇਵੇਂ ਪਾਤਸ਼ਾਹ। ਹਾਂਜੀ। ਨੰਦਨ ਕੋ ਪਿਖ ਗੰਗ ਉਮੰਗ, ਮਾਤਾ ਗੰਗਾ ਜੀ ਆਪਣੇ ਪੁੱਤਰ ਨੂੰ ਵੇਖ ਵੇਖ ਕੇ ਰੀਝਦੀ ਸੀ ਤੇ ਚੰਗੀਆਂ ਖੁਰਾਕਾਂ ਦਿੰਦੀ ਸੀ। ਹਾਂਜੀ। ਆਪ ਸੁਨੈ ਨਿਜ ਪਾਸ ਪੜਾਵੈ, ਮਾਤਾ ਗੰਗਾ ਆਪਣੇ ਕੋਲ ਬਿਠਾ ਕੇ ਪੋਥੀ ਤੋਂ ਪਾਠ ਸੁਣਾਉਂਦੇ, ਮੈਨੂੰ ਵੀ ਸੁਣਾਓ ਲਾਲ ਜੀ ਪਾਠ, ਕੀ ਸਿੱਖ ਕੇ ਆਏ। ਤੇ ਗੁਰੂ ਹਰਗੋਬਿੰਦ ਸਾਹਿਬ ਆਪਣੀ ਮਾਤਾ ਨੂੰ ਗੁਰਬਾਣੀ ਦਾ ਪਾਠ ਸੁਣਾਉਂਦੇ ਤੇ ਮਾਤਾ ਗੰਗਾ ਜੀ ਬੜੇ ਖੁਸ਼ ਹੁੰਦੇ। ਹਾਂਜੀ। ਗੋਦ ਬਿਠਾਏ ਪ੍ਰਮੋਦਤ ਹੈ, ਆਪਣੀ ਗੋਦ ਵਿੱਚ ਬਿਠਾ ਕੇ ਸਿਰ ਤੇ ਪਿਆਰ ਦਾ ਹੱਥ ਫੇਰਦੀ ਮਾਤਾ ਤੇ ਲਾਡ ਪਿਆਰ ਕਰਦੀ ਤੇ ਬਹੁਤ ਹੀ ਰੀਝਾਂ ਨਾਲ ਚੰਗੀਆਂ ਖੁਰਾਕਾਂ ਦੇ ਦੇ ਕੇ ਪਾਲਦੀ ਹੈ। ਹਾਂਜੀ। ਪ੍ਰੇਮ ਬਦਿਓ ਸੁਨ ਕਹਿ ਬਲ ਜਾਵੈ, ਬਹੁਤ ਪ੍ਰੇਮ ਕਰਦੇ ਆ ਮਾਤਾ ਗੰਗਾ ਜੀ, ਹਰ ਵੇਲੇ ਆਪਣੀ ਨਿਗਰਾਨੀ 'ਚ ਰੱਖਦੇ ਆ।
ਤੇ ਗੁਰੂ ਹਰਗੋਬਿੰਦ ਸਾਹਿਬ ਦਿਨੋਂ ਦਿਨ ਜਵਾਨ ਹੁੰਦੇ ਜਾ ਰਹੇ ਆ। ਹਾਂਜੀ, ਚਾਹਤ ਹੈ ਕੁਛ ਲੀ ਸਤ ਕੀ। ਮਾਤਾ ਗੰਗਾ ਹਰ ਵੇਲੇ ਅਰਦਾਸਾਂ ਕਰਦੀ, ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਹੈ ਗੁਰੂ ਨਾਨਕ ਦੇਵ ਜੀ, ਇਹ ਤੁਹਾਡਾ ਬੱਚਾ, ਤੁਹਾਡੀ ਗੱਦੀ ਦਾ ਇਹ ਵਾਰਸ ਹੈ, ਇਹਨੂੰ ਆਪ ਹੀ ਸਹਾਇਤਾ ਬਖਸ਼ੋ, ਇਹਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੋ, ਮੇਰੇ ਪੁੱਤਰ ਨੂੰ ਤੱਤੀ ਵਾਹ ਨਾ ਲੱਗੇ। ਇਹੋ ਜਿਹੀਆਂ ਅਰਦਾਸਾਂ ਮਾਤਾ ਗੰਗਾ ਕਰਦੀ ਹੈ। ਹਾਂਜੀ, ਗੁਰੂ ਨਾਨਕ ਨਾਮ ਲੈ ਸੀਸ ਝੁਕਾ। ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਮੇਰੇ ਪੁੱਤਰ ਦੇ ਅੰਗ ਸੰਗ ਰਹਿਣਾ, ਏਦਾਂ ਮਾਤਾ ਅਰਦਾਸਾਂ ਕਰਦੀ ਹੈ। ਹਾਂਜੀ, ਦੋਹਰਾ ਇਮ ਦਿਨ ਪ੍ਰਤ ਉਤਸਾਹ। ਇਸ ਤਰ੍ਹਾਂ ਦਿਨੋਂ ਦਿਨ ਉਤਸ਼ਾਹ ਹੁੰਦਾ ਗਿਆ। ਸ੍ਰੀ ਹਰਗੋਬਿੰਦ ਜੀ ਮਹਾਰਾਜ ਛੇਵੇਂ ਪਾਤਸ਼ਾਹ ਗੁਰਬਾਣੀ ਦੀ ਵਿਦਿਆ ਔਰ ਸ਼ਸਤਰ ਵਿਦਿਆ, ਘੋੜ ਸਵਾਰੀ, ਸਾਰੀ ਵਿਦਿਆ ਚ ਮਾਹਰ ਹੁੰਦੇ ਗਏ। ਹਾਂਜੀ, ਜੁਤ ਬਦਤ ਸਰੀਰ ਬਲੰਦ। ਦਿਨੋਂ ਦਿਨ ਸਰੀਰ ਵੱਧਦਾ ਗਿਆ, ਬਲੀ ਹੁੰਦਾ ਗਿਆ, ਯੋਧੇ ਹੁੰਦੇ ਗਏ। ਹਾਂਜੀ, ਮਾਤਾ ਪਿਤਾ ਚਕੋਰ ਸਮ। ਮਾਤਾ ਪਿਤਾ ਹਰ ਵੇਲੇ ਧਿਆਨ ਰੱਖਦੇ ਹਨ, ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ। ਹਾਂਜੀ, ਸ੍ਰੀ ਹਰਗੋਬਿੰਦ ਚੰਦ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੰਦਰਮਾ ਹਨ, ਮਾਤਾ ਗੰਗਾ ਤੇ ਸ੍ਰੀ ਗੁਰੂ ਅਰਜਨ ਸਾਹਿਬ ਨਿਗਾਹ ਚਕੋਰ ਦੀ ਤਰ੍ਹਾਂ ਉਹਨਾਂ ਵਿੱਚ ਹੈ ਹਰ ਵੇਲੇ। ਹਾਂਜੀ, ਦੋਹਰਾ ਸੋ ਸਾਧ ਸੰਗਤ ਜੀ, ਇਹ ਗੁਰੂ ਹਰਗੋਬਿੰਦ ਸਾਹਿਬ ਵਿਦਿਆ ਪੜ੍ਹ ਰਹੇ। ਹੁਣ ਆਪਾਂ ਕਥਾ ਅੱਗੇ ਸੁਣਨੀ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਵੇਂ ਲਿਖਵਾਇਆ ਸੀ। ਇਹ ਬਹੁਤ ਵੱਡਾ ਪ੍ਰਸੰਗ ਹੈ, ਜਿਹਦੀ ਮਹਾਨਤਾ ਬਹੁਤ ਵਿਸ਼ੇਸ਼ਤਾ ਵਾਲੀ ਗੁਰੂ ਇਤਿਹਾਸ ਵਿੱਚ ਆ ਜਿਹੜਾ ਗੁਰੂ ਮਹਾਰਾਜ ਦਾ ਸਰੂਪ ਆਪਾਂ ਦੇਖ ਰਹੇ ਹਾਂ, ਗੁਰੂ ਗ੍ਰੰਥ ਸਾਹਿਬ, ਇਹ ਗੁਰੂ ਅਰਜਨ ਦੇਵ ਜੀ ਦੀ ਦਾਤ ਹੈ ਸਾਨੂੰ। ਕਿਵੇਂ ਉਹਨਾਂ ਨੇ ਇਹਦੀ ਸ਼ੁਰੂਆਤ ਕਿਵੇਂ ਹੋਈ, ਕਿੱਥੋਂ ਕਿੱਥੋਂ ਪੋਥੀਆਂ ਮਹਾਰਾਜ ਦੀਆਂ ਮੰਗਾਈਆਂ ਲਿਆਂਦੀਆਂ, ਉਹ ਸਾਰੇ ਬਚਨ ਆਪਾਂ ਹੁਣ ਅਗਲੇ ਪ੍ਰਕਰਣਾਂ 'ਚ ਸਰਵਣ ਕਰਾਂਗੇ। ਬੇਨਤੀ ਹੈ ਭਾਈ ਸੰਥਿਆ ਗੁਰਬਾਣੀ ਦੀ ਹਰ ਸ਼ਨੀਵਾਰ ਸਵੇਰੇ 7 ਤੋਂ 8 ਵਜੇ ਤੱਕ ਫਿਰ ਸ਼ੁਰੂ ਹੋਈ। ਪਹਿਲਾਂ ਸਾਰੀ ਆਪ ਜੀ ਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਾ ਭੋਗ ਪਿਆ ਸੀ ਪਿਛਲੇ ਹਫ਼ਤੇ। ਤੇ ਹੁਣ 22 ਵਾਰਾਂ ਦੀ ਜੋ ਮਹਾਰਾਜ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਹਨ, ਉਹਨਾਂ ਦੀ ਸੰਥਿਆ ਸ਼ੁਰੂ ਹੋਈ ਹੈ। ਜਿਹੜੇ ਗੁਰਮੁਖ ਹਾਜ਼ਰੀਆਂ ਭਰਨਾ ਚਾਹੁੰਦੇ ਨੇ ਉਹ ਸ਼ਨੀਵਾਰ 7 ਤੋਂ 8 ਹਾਜ਼ਰੀਆਂ ਭਰ ਕੇ ਗੁਰਬਾਣੀ ਦੀ ਸੁਧਾਈ ਸੰਥਿਆ ਜ਼ਰੂਰ ਕਰੋ, ਆਪਣਾ ਜੀਵਨ ਸਫਲਾ ਬਣਾਓ। ਹੇ ਗੋਬਿੰਦ, ਹੇ ਗੋਪਾਲ।